ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਬਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮੁੰਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਵੱਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ।
ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ। ਦੀਨਾਨਾਥ ਜਗਤ ਪਿਤ ਮਾਇਆ। ਪ੍ਰਭ ਦਇਆਲ ਦੁਖ ਦਰਦ ਬਿਦਾਰਣ। ਜਿਸ ਭਾਵੈ ਤਿਸ ਹੀ ਨਿਸਤਾਰਣ। ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ। ਦੀਨਾਨਾਥ ਜਗਤ ਪਿਤ ਮਾਇਆ। ਪ੍ਰਭ ਦਇਆਲ ਦੁਖ ਦਰਦ ਬਿਦਾਰਣ। ਜਿਸ ਭਾਵੈ ਤਿਸ ਹੀ ਨਿਸਤਾਰਣ। ਅੰਧ ਕੂਪ ਤੇ ਕਾਢਣ ਹਾਰਾ। ਪ੍ਰੇਮ ਭਗਤ ਹੋਵਤ ਨਿਸਤਾਰਾ। ਸਾਧ ਰੂਪ ਆਪਣਾ ਤਨ ਧਾਰਿਆ। ਮਹਾ ਅਗਨ ਤੇ ਆਪ ਉਬਾਰਿਆ। ਜਪ ਤਪ ਸੰਜਮ ਇਸ ਤੇ ਕਿਛ ਨਾਹੀ। ਆਦ ਅੰਤ ਪ੍ਰਭ ਅਗਮ ਅਗਾਹੀ। ਨਾਮ ਦੇਹ ਮੰਗੈ ਦਾਸ ਤੇਰਾ। ਹਰ ਜੀਵਨ ਪਾਦ ਨਾਨਕ ਪ੍ਰਭ ਮੇਰਾ। ਆਦ ਅੰਤ ਪ੍ਰਭ ਅਗਮ ਅਗਾਹੀ। ਜਪ ਤਪ ਸੰਜਮ ਇਸ ਤੇ ਕਿਛ ਨਾਹੀ। ਆਦ ਅੰਤ ਪ੍ਰਭ ਅਗਮ ਅਗਾਹੀ। ਨਾਮ ਦੇਹ ਮੰਗੈ ਦਾਸ ਤੇਰਾ। ਹਰ ਜੀਵਨ ਪਦ ਨਾਨਕ ਪ੍ਰਭ ਮੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਜਾਹਰਾ ਜਹੂਰ ਹਾਜ਼ਰਾ ਹਜੂਰ। ਬਾਣੀ ਕੇ ਬੋਹਿਤ ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਤਿਸ ਜੇਵੜ ਅਬਰ ਨ ਕੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ।
ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ, ਜੋ ਆਪ ਜੀ ਨੇ ਪਾਵਨ ਸ਼ਬਦ ਦਾ ਅਖੀਰਲਾ ਪਦਾ ਸ਼੍ਰਵਣ ਕੀਤਾ ਹੈ, ਜਿਹਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੇ ਕੱਲ੍ਹ ਵਾਲੀ ਵਿਚਾਰ ਵਿੱਚ ਆਪ ਜੀ ਨੇ ਸ਼੍ਰਵਣ ਕੀਤਾ ਸੀ, ਸਤਿਗੁਰੂ ਜੀ ਨੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੀਵ ਅਨੇਕਾਂ ਪ੍ਰਕਾਰ ਦੀਆਂ ਜੂਨਾਂ ਵਿੱਚ ਭਟਕਿਆ। ਕਦੇ ਇਹ ਪਸ਼ੂ ਬਣ ਗਿਆ, ਕਦੇ ਪੰਖੀ ਬਣ ਗਿਆ, ਕਦੇ ਭੂਤ ਬਣ ਗਿਆ, ਕਦੇ ਪ੍ਰੇਤ ਬਣ ਗਿਆ, ਤੇ ਇਸ ਤਰ੍ਹਾਂ ਅਨੇਕਾਂ ਜੂਨੀਆਂ ਵਿੱਚ ਇਹ ਭਟਕਦਾ ਰਿਹਾ, ਭਾਵ 84 ਦਾ ਗੇੜਾ ਲਾਉਂਦਾ ਰਿਹਾ। ਜਿੱਥੇ ਨੇ ਜਾਣਾ ਸੀ, ਅਸਲੀ ਜਿਹੜਾ ਥਾਂ ਸੀ, ਉਹ ਥਾਂ ਜਿੱਥੇ ਉਹ ਵਾਹਿਗੁਰੂ ਦਾ ਵਾਸਾ ਹੈ, ਜਿੱਥੇ ਉਹ ਮਾਲਕ ਆਪ ਰਹਿ ਰਿਹਾ, ਉਸ ਅਵਸਥਾ ਤੱਕ ਇਹ ਪਹੁੰਚ ਨਹੀਂ ਸਕਿਆ। ਇਹਨੂੰ ਕਿਤੋਂ ਵੀ ਢੋਈ ਨਹੀਂ ਮਿਲੀ ਹੈ। ਇਸ ਤਰ੍ਹਾਂ ਜਦੋਂ ਜਾਂਦਾ ਹੈ, ਇੱਕ ਸਰੀਰ ਨੂੰ ਤਿਆਗਦਾ, ਦੂਜੇ ਨੂੰ ਧਾਰਨ ਕਰ ਲੈਂਦਾ। ਇਸ ਤਰ੍ਹਾਂ ਟੇਢੀਆਂ ਮੇਢੀਆਂ ਜੂਨਾਂ ਵਿੱਚ ਇਹ ਭਟਕਦਾ ਰਹਿੰਦਾ ਹੈ। ਅਨੇਕਾਂ ਪ੍ਰਕਾਰ ਦੀਆਂ ਮਨ ਵਿੱਚ, ਤਨ ਵਿੱਚ ਵਾਸ਼ਨਾਵਾਂ ਦਾ ਬਹੁਤ ਵੱਡਾ ਵਿਸਤਾਰਾ ਹੈ, ਤੇ ਜੀਵ ਇਸ ਤਰ੍ਹਾਂ ਆਪਣੇ ਗੁਣਾਂ ਕਰਕੇ, ਧਨ ਸੰਪਦਾ ਕਰਕੇ ਮਨ ਵਿੱਚ ਅਹੰਕਾਰ ਕਰਦਾ ਫਿਰਦਾ ਹੈ। ਮੈਂ ਮੇਰੀ ਵਿੱਚ ਖਚਤ ਹੈ। ਕਹਿੰਦੇ ਇਸ ਤਰ੍ਹਾਂ ਇਹਦੇ ਵਿੱਚ ਹੀ ਖਚਤ ਹੋਣ ਕਰਕੇ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਪੈ ਰਹੀ ਹੈ। ਅਨੇਕ ਇਸ ਕਰਕੇ ਇਸੇ ਹੰਕਾਰ ਕਰਕੇ ਹੀ ਜੀਵ ਦਾ ਵਾਰ-ਵਾਰ ਦਾ ਜੰਮਣ ਮਰਨ ਦਾ ਚੱਕਰ ਇਹ ਲਗਾਤਾਰ ਜਾਰੀ ਹੈ। ਕਦੇ ਕਹਿੰਦੇ ਇਸ ਤਰ੍ਹਾਂ ਇਹਨੂੰ ਬੜੇ ਦੋਸ਼ ਲੱਗਦੇ ਨੇ, ਫਿਰ ਇਹਨੂੰ ਬੜੀਆਂ ਸਜ਼ਾਵਾਂ ਮਾਲਕ ਦੀ ਦਰਗਾਹ ਵਿਖੇ ਮਿਲਦੀਆਂ ਨੇ। ਪਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ ਹੈ। ਜਿਹੜਾ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਜਿਹਨੇ ਪ੍ਰਭੂ ਨੂੰ ਬੁਲਾਇਆ ਹੋਇਆ ਹੈ, ਅਸਲ ਵਿੱਚ ਫਿਰ ਉਹ ਨਰਕਾਂ ਦੇ ਵਿੱਚ ਪੈਂਦਾ ਹੈ। ਉਹ ਨਰਕ ਇਹੋ ਜਿਹੇ ਨੇ ਜਿੱਥੇ ਨਾਮ ਤੋਂ ਹੀਣੇ ਹੋਣ ਕਰਕੇ ਜਦੋਂ ਜਮਾਂ ਦੀ ਮਾਰ ਪੈਂਦੀ ਹੈ, ਤੇ ਸਤਿਗੁਰੂ ਕਹਿੰਦੇ ਉੱਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ। ਨਾ ਉੱਥੇ ਕੋਈ ਮਾਤਾ ਹੈ, ਨਾ ਪਿਤਾ ਹੈ, ਨਾ ਬੰਧਪ ਰਿਸ਼ਤੇਦਾਰ ਹੈ, ਨਾ ਮੀਤ ਮਿੱਤਰ ਹੈ, ਕੋਈ ਸਹਾਇਤਾ ਕਰਨ ਵਾਲਾ ਨਹੀਂ। ਉੱਥੇ ਤਾਂ ਜੇ ਪਰਮਾਤਮਾ ਦਾ ਨਾਮ ਹੋਵੇਗਾ, ਗੁਰੂ ਵਾਲੇ ਬਣੇ ਹੋਣਗੇ, ਤੇ ਗੁਰੂ ਸਾਹਿਬਾਨ ਨੇ ਹੀ ਸਾਡੀ ਬਾਂਹ ਪਕੜਨੀ ਹੈ। ਪ੍ਰਭੂ ਪਰਮਾਤਮਾ ਜਿਹੜਾ ਇਸ ਤਰ੍ਹਾਂ ਗੁਰੂ ਸਵਾਰਿਓ, ਫਿਰ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ, ਜਿਹਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਦੇ ਘਰ ਵਿੱਚ ਮਾਲਕ ਆਉਂਦਾ ਹੈ, ਉਹੀ ਫਿਰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ ਹੈ। ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਗੁਰੂ ਸਵਾਰਿਓ ਉਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਸ਼੍ਰਵਣ ਕੀਤੀ ਸੀ। ਹੁਣ ਸਤਿਗੁਰੂ ਅਖੀਰਲੇ ਪਦੇ ਵਿੱਚ, ਚੌਥੇ ਪਦੇ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। 1005 ਅੰਕ 'ਤੇ ਆਓ ਗੁਰੂ ਸਵਾਰੇ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ, ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ, ਦੀਨਾਨਾਥ ਜਗਤ ਪਿਤ ਮਾਇਆ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ
ਬਖਸ਼ਿਸ਼ ਕਰ ਰਹੇ ਨੇ, ਦੱਸ ਰਹੇ ਨੇ। ਜਦੋਂ ਸਤਿਗੁਰੂ ਨੇ ਦੱਸਿਆ ਨਾ ਕਿ ਅਨੇਕਾਂ ਇਸ ਤਰ੍ਹਾਂ ਜੀਵ ਤੂੰ ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਦਾ ਰਿਹਾ, ਫਿਰ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਇਸ ਮਨੁੱਖਾ ਦੇਹੀ ਦੇ ਰਾਹੀਂ ਜੇ ਤੂੰ ਨਾਮ ਜਪੇਗਾ, ਬੰਦਗੀ ਕਰੇਗਾ, ਗੁਰੂ ਵਾਲਾ ਬਣੇਗਾ, ਫਿਰ ਤੇਰਾ ਪਾਰ ਉਤਾਰਾ ਹੋਵੇਗਾ। ਸਤਿਗੁਰੂ ਜੀ ਫਿਰ ਜੀਵ ਨੂੰ ਕਰਨਾ ਕੀ ਪਵੇਗਾ? ਆਪ ਜੀ ਬਖਸ਼ਿਸ਼ ਕਰਕੇ ਸਮਝਾਵੋ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਮਾਲਕ ਜੀ ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ। ਭ੍ਰਮਤ ਪਰ ਭਟਕਦਾ ਭਟਕਦਾ, ਮਾਲਕ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਉਂਕਿ ਜਦੋਂ ਦਾ ਪਰਮਾਤਮਾ ਨੇ ਸੰਸਾਰ ਦੀ ਸਿਰਜਣਾ ਕੀਤੀ ਨਾ, ਉਦੋਂ ਦਾ ਫਿਰ ਨਾਲ ਪਰਮਾਤਮਾ ਨੇ ਇਹ ਜੀਵ ਜੰਤੂ ਪੈਦਾ ਕੀਤੇ ਨੇ, ਤੇ ਜੀਵ ਅਨੇਕਾਂ ਜੂਨਾਂ ਦੇ 'ਚ ਭਟਕਦਾ ਰਿਹਾ। ਹੁਣ ਮਾਲਕ ਜੀ ਮਨੁੱਖਾ ਦੇਹੀ ਮਿਲ ਗਈ ਹੈ। ਇਸ ਮਨੁੱਖਾ ਦੇਹੀ ਦੇ ਵਿੱਚ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਤੁਹਾਡੀ ਸ਼ਰਨ ਤੱਕ ਰਹੀ ਹੈ। ਜਿਵੇਂ ਭੱਟ ਜੀ ਵਚਨ ਕਰਦੇ ਨੇ ਨਾ, ਭੱਟ ਸਾਹਿਬਾਨ ਜੀ ਦਾ ਫਰਮਾਨ ਹੈ, ਕਹਿੰਦੇ ਨੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆ, ਮੁਖ ਹੋ ਏ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ, ਕਿਨੈ ਨਹੁ ਪਰਚੋ ਲਾਇਓ, ਕਹਿਤੇ ਐ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਇਓ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਭੱਟ ਭਿੱਖਾ ਜੀ ਦੇ ਇਹ ਬਚਨ ਨੇ। ਭੱਟ ਭਿੱਖਾ ਜੀ ਕਹਿੰਦੇ ਨੇ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਸੀ, ਗੁਰੂ ਦੀ ਸ਼ਰਨ ਤੋਂ ਆਉਣ ਤੋਂ ਪਹਿਲਾਂ, ਤੇ ਮੈਂ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਲਈ ਵੱਡੇ ਵੱਡੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਆਪਣੇ ਨਾਮ ਨਾਲ 108 ਬ੍ਰਹਮ ਗਿਆਨੀ ਲਗਾਇਆ ਹੋਇਆ ਸੀ, ਉਹਨਾਂ ਦੀ ਸੰਗਤ ਕੀਤੀ। ਜੇ ਸ਼ਾਇਦ ਇੱਥੇ ਮੇਰੇ ਮਨ ਦੀ ਖੁਰਾਕ ਮੈਨੂੰ ਇੱਥੋਂ ਪ੍ਰਾਪਤ ਹੋ ਜਾਵੇਗੀ, ਪਰ ਹੋਇਆ ਕਿ ਕਹਿੰਦੇ ਜਿਹੜੇ ਉਹ ਸਨ ਨਾਮ ਧਰੀ ਕੀ ਸੰਤ ਸੀ ਤੇ ਕਮਾਈ ਵਾਲੇ ਨਹੀਂ ਸਨ। ਸਾਧ ਬਹੁਤ ਨੇਕਾਂ ਸਾਧ ਜਿਹੜੇ ਆਖਦੇ ਨੇ ਕਿ ਅਸੀਂ ਮਨ ਨੂੰ ਵਿਕਾਰਾਂ ਵੱਲੋਂ ਸਾਧ ਲਿਆ ਹੈ, ਸਾਧੂ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਦੀ ਸੰਗਤ ਵੀ ਕੀਤੀ ਤੇ ਉੱਥੇ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ। ਤੇ ਸੰਨਿਆਸੀ ਮੱਤ ਵਾਲਿਆਂ ਦੀ ਗੱਲ ਸੁਣੀ, ਜਿਹੜਾ ਨੇ ਸੰਸਾਰ ਛੱਡ ਕੇ ਸੰਨਿਆਸ ਧਾਰਨ ਕੀਤਾ, ਉਹਨਾਂ ਦੀ ਸੰਗਤ ਕੀਤੀ। ਤਪੱਸਵੀ ਜਿਹੜੇ ਤਪ ਸਾਧਨਾ ਕਰਨ ਵਾਲੇ ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਬੈਠਦੇ ਨੇ, ਉਹਨਾਂ ਦੀ ਸੰਗਤ ਵੀ ਕੀਤੀ। ਇੱਥੋਂ ਤੱਕ ਸਾਰਿਆਂ ਦਾ ਵਰਣਨ ਭੱਟ ਭਿੱਖਾ ਜੀ ਨੇ ਇਸ ਸ਼ਬਦ 'ਚ ਆਖ ਦਿੱਤਾ। ਕਹਿੰਦੇ ਨੇ ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਤ ਮਿੱਠੇ, ਜਿਹੜੇ ਮੁੱਖੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਪੰਡਤ ਲੋਕ ਸਨ। ਉਹਨਾਂ ਪੰਡਤ ਲੋਕਾਂ ਦੀ ਵੀ ਮੈਂ ਸੰਗਤ ਕੀਤੀ ਕਿ ਸ਼ਾਇਦ ਮੈਨੂੰ ਇੱਥੋਂ ਮੇਰੇ ਮਨ ਦੀ ਖੁਰਾਕ ਪ੍ਰਾਪਤ ਹੋ ਜਾਵੇ। ਪਰ ਕਹਿੰਦੇ ਹਾਲਤ ਕੈਸੀ ਨਾ ਲੋਕਾਂ ਦੀ, ਜਦੋਂ ਵਿੱਚ ਵੜ ਕੇ ਪਤਾ ਕੀਤਾ ਨਾ, ਸੰਨਿਆਸੀ ਤਪੱਸੀ ਹੈ ਮੁੱਖੋ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ। 1 ਸਾਲ ਤੱਕ ਭੱਟ ਭਿੱਖਾ ਜੀ ਕਹਿੰਦੇ ਗੁਰੂ ਸਾਹਿਬਾਨ ਦੇ ਕੋਲ ਆਉਣ ਤੋਂ ਪਹਿਲਾਂ ਮੈਂ 1 ਸਾਲ ਤੱਕ ਇਸ ਤਰ੍ਹਾਂ ਹੀ ਭਟਕਦਾ ਰਿਹਾ। ਕਿਨੈ ਨੂੰ ਪਰਚੋ ਲਾਏ, ਪਰ ਮੇਰੇ ਮਨ ਨੂੰ ਕਿਸੇ ਨੇ ਪਰਚਾਣਾ ਨਹੀਂ ਕੀਤਾ। ਭਾਵ ਮੇਰੇ ਮਨ ਦੀ ਤਸੱਲੀ ਇਹਨਾਂ ਪਾਸੋਂ ਨਹੀਂ ਹੋਈ, ਕਿਉਂਕਿ ਇਹਨਾਂ ਦੀ ਰਹਿਣੀ ਬਹਿਣੀ ਵਿੱਚ ਫਰਕ ਸੀ। ਇਹ ਕਹਿੰਦੇ ਕੁਝ ਹੋਰ ਸਨ, ਕਰਦੇ ਕੁਝ ਹੋਰ ਸੀ। ਕਹਿਤੇ ਹੈ ਕਹਿਤ ਕੋ ਕਹਿਤੇ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਇਹਨਾਂ ਨੂੰ ਕੇਵਲ ਸਟੇਜਾਂ ਉੱਤੇ ਕਹਿੰਦਿਆਂ ਨੂੰ ਸੁਣਨਾ ਕੀਤਾ ਕਿ ਨਾਮ ਜਪੋ, ਆਹ ਕੰਮ ਕਰੋ, ਪੁੰਨ ਦਾਨ ਕਰੋ, ਪਰ ਆਪਣੀ ਜਦੋਂ ਆਪਣਾ ਜੀਵਨ ਵੱਲ ਝਾਤੀ ਮਾਰਦੇ ਤੇ ਆਪਣਾ ਕਦੇ ਨਾਮ ਨਹੀਂ ਜਪਿਆ, ਕਦੇ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕੀਤੀ। ਇਸ ਤਰ੍ਹਾਂ ਦੀ ਹਾਲਤ। ਕਹਿਤੇ ਹੈ ਕਹਿਤੇ ਸੁਣੀ, ਰਹਿਤ ਕੋ ਖੁਸ਼ੀ। ਇਹਨਾਂ ਦੀ ਰਹਿਣੀ ਬਹਿਣੀ ਦੇਖ ਕੇ ਮੇਰੇ ਮਨ ਨੂੰ ਖੁਸ਼ੀ ਨਹੀਂ ਪ੍ਰਾਪਤ ਹੋਈ, ਕਿਉਂਕਿ ਹਾਲਤ ਇਹਨਾਂ ਦੀ ਐਸੀ ਹੈ, ਹਰ ਨਾਮ ਛੋੜ ਦੂਜਾ ਲੱਗੇ,
ਤਿੰਨ ਕੇ ਗੁਣ ਹੋ ਕਿਆ ਕਹੋ। ਹਰੀ ਦੇ ਨਾਮ ਨੂੰ ਇਹਨਾਂ ਛੱਡਿਆ ਹੋਇਆ, ਦੂਜੇ ਦਵੈਤ ਵਿੱਚ ਲੱਗੇ ਹੋਏ, ਦੁਬਦਾ ਵਿੱਚ ਫਸੇ ਹੋਏ ਹਨ। ਇਸ ਕਰਕੇ ਇਹਨਾਂ ਦੇ ਮੈਂ ਗੁਣ ਕੀ ਕਹਿ ਕੇ ਦੱਸਣਾ ਕਰਾਂ। ਗੁਰ ਦਈਓ ਦਿਓ ਮੈਂ ਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਹੇ ਗੁਰੂ ਸਾਹਿਬਾਨ ਜੀ, ਹੁਣ ਭਿੱਖਾ ਤੁਹਾਡੀ ਸ਼ਰਨ ਵਿੱਚ ਆ ਗਿਆ ਹੈ। ਮੇਰੇ ਉੱਤੇ ਮਾਲਕ ਦੀ ਕਿਰਪਾ ਹੋਈ, ਤੁਹਾਡੀ ਮੈਨੂੰ ਸੰਗਤ ਬਖਸ਼ਿਸ਼ ਕੀਤੀ ਹੈ। ਹੇ ਗੁਰੂ ਜੀ, ਹੁਣ ਜਿਵੇਂ ਤੁਹਾਨੂੰ ਪਾਪਾ ਚੰਗਾ ਲੱਗਦਾ ਨਾ, ਉਸੇ ਤਰ੍ਹਾਂ ਆਪ ਜੀ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰੋ। ਮੈਂ ਹੁਣ ਤੁਹਾਡੀ ਸ਼ਰਨ ਛੱਡ ਕੇ ਨਹੀਂ ਜਾਵਾਂਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੇ ਨੇ। ਤੇ ਸਤਿਗੁਰੂ ਅੱਜ ਦੇ ਪਾਵਨ ਸ਼ਬਦ ਦੁਆਰਾ ਇਹੀ ਬਚਨ ਕਹਿੰਦੇ, ਭ੍ਰਮਤ ਭ੍ਰਮਤ ਪ੍ਰਭ ਸ਼ਰਣੀ ਆਇਆ। ਭ੍ਰਮਤ ਭ੍ਰਮਤ ਪ੍ਰਭ ਸ਼ਰਣੀ ਆਇਆ। ਤੇ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਸਾਹਿਬਾਨ ਜੀ ਦੇ ਬਚਨ ਨੇ ਨਾ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਹੁਣ ਭਗਤ ਰਵਿਦਾਸ ਸਾਹਿਬਾਨ ਜੀ ਆਪਣੀ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਕਿ ਇੱਕ ਜਨਮ ਦੀ ਗੱਲ ਨਹੀਂ ਕੀਤੀ, ਅਨੇਕਾਂ ਜਨਮਾਂ ਦੀ। ਕਿ ਮਾਲਕ ਕਦੇ ਮੈਂ, ਕਿਉਂਕਿ ਜਿਹੜੀਆਂ 84 ਲੱਖ ਜੂਨਾਂ ਵਿੱਚ ਭਟਕਦਾ ਹੋਇਆ ਅਨੇਕਾਂ ਜਨਮ ਧਾਰਨ ਕੀਤੇ, ਹੁਣ ਇਹ ਮਨੁੱਖਾ ਦੇਹੀ ਮਿਲ ਗਈ ਹੈ। ਇਹ ਮਾਲਕ ਜੀ ਤੁਹਾਡੇ ਲੇਖੇ ਵਿੱਚ ਹੈ। ਇਸ ਮਨੁੱਖਾ ਦੇਹੀ ਦੇ ਵਿੱਚ ਇੱਕ ਆਸ ਮਨ ਵਿੱਚ ਜਾਗੀ ਹੈ ਕਿ ਤਾਂ ਕਿ ਆਸ ਕੀ ਹੈ ਕਿ ਤਾਂ ਕਿ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਸਾਨੂੰ ਦਰਸ਼ਨ ਦਿੱਤੇ ਹੋ ਜਾਣ। ਚਿਰ ਭਿਓ ਦਰਸ਼ਨ, ਮਾਲਕ ਬੜੇ ਚਿਰ ਹੋ ਗਏ ਨੇ, ਬੜਾ ਸਮਾਂ ਲੰਘ ਚੁੱਕਾ ਹੈ, ਆਪ ਜੀ ਦੇ ਦੀਦਾਰ ਨਹੀਂ ਹੋਏ। ਕਿਉਂ ਜਦੋਂ ਆਪ ਜੀ ਨੇ ਸਾਡੀ ਬਣਤਰ ਬਣਾਈ ਸੀ, ਸਾਨੂੰ ਪਹਿਲੀ ਵਾਰੀ ਸੰਸਾਰ ਵਿੱਚ ਪੈਦਾ ਕੀਤਾ ਸੀ, ਉਦੋਂ ਦੇ ਆਪ ਜੀ ਦੇ ਦੀਦਾਰ ਹੋਏ ਨੇ। ਫਿਰ ਐਸਾ ਮਾਇਆ ਦਾ ਪਰਦਾ ਮਨ ਉੱਤੇ ਪੈ ਗਿਆ ਕਿ ਮੁੜ ਕੇ ਤੁਹਾਡੇ ਦਰਸ਼ਨ ਦੀਦਾਰੇ ਨਹੀਂ ਹੋ ਸਕੇ। ਇਸ ਕਰਕੇ ਮੇਰੇ ਮਨ 'ਚ ਆਸ ਜਾਗੀ ਹੈ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਜੀ ਦਾ ਇੱਕ ਹੋਰ ਫਰਮਾਨ, ਜਿਵੇਂ ਆਪਾਂ ਸਤਿਗੁਰ ਦੇ ਬਚਨ ਕਈ ਵਾਰੀ ਆਪਾਂ ਪੜ੍ਹੇ ਹਾਂ, ਤਕਰੀਬਨ ਹਰ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਇਹ ਸਤਿਗੁਰ ਦੇ ਬਚਨ ਵੀ ਯਾਦ ਨੇ। ਤੇ ਸਤਿਗੁਰੂ ਕਹਿੰਦੇ ਨੇ, ਹੋ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸਰਣ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਗੁਰੂ ਸਾਹਿਬਾਨ ਜੀ ਇਹ ਕਹਿ, ਹੋ ਆਇਆ ਦੂਰੋਂ ਚੱਲ ਕੇ। ਦੂਰੋਂ ਚੱਲ ਕੇ ਆਉਣ ਤੋਂ ਭਾਵ ਕੀ ਹੈ ਕਿ ਆਪਾਂ ਮੁੰਬਈ ਤੋਂ ਲੁਧਿਆਣੇ ਆ ਗਏ, ਦਿੱਲੀ ਤੋਂ ਲੁਧਿਆਣੇ ਪਹੁੰਚ ਗਏ, ਜਾਂ ਲੁਧਿਆਣੇ ਤੇ ਆਪਾਂ ਦਿੱਲੀ ਪਹੁੰਚ ਗਏ, ਨਹੀਂ। ਜਾਂ ਵਿਦੇਸ਼ ਦੀ ਕੰਟਰੀ ਵਿੱਚੋਂ ਆਪਾਂ ਭਾਰਤ ਆ ਗਏ, ਨਹੀਂ। ਇਹ ਦੂਰੋਂ ਚੱਲ ਕੇ ਨਹੀਂ। ਅੱਜ ਕੱਲ੍ਹ ਤਾਂ ਗੁਰੂ ਦੀ ਕਿਰਪਾ ਹੈ, ਹਵਾਈ ਜਹਾਜ਼ 'ਤੇ ਬੈਠੀਏ ਤੇ ਆਪਾਂ ਥੋੜ੍ਹੇ ਸਮੇਂ ਵਿੱਚ ਆਪਾਂ ਲੰਮਾ ਸਫ਼ਰ ਗੁਰੂਸਰ ਤੈਅ ਕਰ ਸਕਦੇ ਹਾਂ। ਗੋਹਜ ਭੇਦ ਹੈ ਸ਼ਬਦ ਦਾ। ਹੋ ਆਇਆ ਦੂਰੋਂ ਚੱਲ ਕੇ, ਕਿਉਂਕਿ ਜੀਵ ਇੱਕ ਪਰਦੇਸੀ ਹੈ, ਸਫ਼ਰ ਕਰ ਰਿਹਾ। ਮੋਹੇ ਪਰਦੇਸਨ ਦੂਰ ਤੇ ਆਈ। ਜੀਵ ਪਰਦੇਸੀ ਹੈ, ਮੁਸਾਫਰ ਖਾਨੇ ਸਫ਼ਰ ਕਰ ਰਿਹਾ ਹੈ। ਦੂਰੋਂ ਚੱਲ ਕੇ ਆਉਣ ਤੋਂ ਭਾਵ ਹੈ ਕਿ ਅਨੇਕਾਂ ਟੇਢੀਆਂ ਮੇਢੀਆਂ ਜੂਨਾਂ ਵਿੱਚ ਮਾਲਕ ਮੈਂ ਭਟਕਦਾ ਰਿਹਾ, ਅਨੇਕਾਂ ਜੂਨਾਂ ਮੈਂ ਭੋਗਣਾ ਕੀਤੀਆਂ। ਹੁਣ ਇਹ ਮਨੁੱਖਾ ਦੇਹੀ ਪ੍ਰਾਪਤ ਹੋ ਗਈ ਹੈ। ਇਸ ਮਨੁੱਖਾ ਦੇਹੀ ਦੇ ਵਿੱਚ ਮੈਂ ਤੱਕੀ ਤੋਂ ਸਰਣ ਆਏ ਜੀਓ, ਮਾਲਕ ਤੁਹਾਡੀ ਸ਼ਰਨ ਤੱਕਣਾ ਕੀਤੀ ਹੈ। ਹਰ ਇੱਕ ਮਨੁੱਖ ਦੀਆਂ ਆਸਾਵਾਂ ਹੁੰਦੀਆਂ ਨੇ, ਆਸਾ ਬੱਧਾ ਮਨੁੱਖ ਸੰਸਾਰ ਵਿੱਚ ਹੈ। ਕਿਸੇ ਦੀ ਆਸਾ ਹੈ ਧਨ ਕਮਾਉਣ ਦੀ ਹੋੜ ਲੱਗੀ ਹੋਈ ਹੈ, ਕਿਸੇ ਦੀ ਇਹ ਆਸਾ ਹੈ ਕਿ ਮੇਰੇ ਪੁੱਤਰ ਧੀ ਮੇਰੇ ਜਿਹੜੇ ਆਪਣੀ ਜ਼ਿੰਦਗੀ 'ਚ ਸੈੱਟ ਹੋ ਜਾਣ। ਇਹ ਸਾਰਿਆਂ ਦੀ ਆਮ ਆਸਾਵਾਂ ਨੇ। ਫਿਰ ਇਹ ਤੋਂ ਵੀ ਅੱਗੇ ਆਸਾਂ ਵੱਧਦੀਆਂ, ਜੀ ਮਨੁੱਖ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ
ਪਰ ਮਨੁੱਖ ਦੀਆਂ ਆਸਾਵਾਂ ਗੁਰੂ ਸਰੇ ਇਹ ਖਤਮ ਨਹੀਂ ਹੁੰਦੀਆਂ। ਤੇ ਭਗਤ ਸਤਿਗੁਰੂ ਕਹਿੰਦੇ ਨੇ ਕਿ ਮੈਂ ਵੀ ਆਸਾ ਰੱਖੀ ਹੈ। ਮੈਂ ਧਨ ਸੰਪਦਾ ਦੀ ਆਸਾ ਨਹੀਂ ਰੱਖੀ, ਮੈਂ ਆਪਣੇ ਪੁੱਤਰ ਧੀਆਂ ਦੀ ਆਸਾ ਨਹੀਂ ਰੱਖੀ, ਸਾਕ ਸੰਬੰਧੀਆਂ ਦੀ ਆਸਾ ਨਹੀਂ ਰੱਖੀ। ਮੈਂ ਇੱਕ ਆਸ ਰੱਖੀ ਹੈ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ। ਮਾਲਕ ਜੀ ਮੈਂ ਇੱਕ ਆਸ ਰੱਖੀ ਹੈ ਕਿ ਤੁਹਾਨੂੰ ਮਿਲਣ ਦੀ ਆਸ, ਤੁਹਾਡੇ ਦੀਦਾਰਾਂ ਦੀ ਆਸ। ਜਦੋਂ ਮਾਲਕ ਜੀ ਆਪ ਜੀ ਦੇ ਦੀਦਾਰ ਮੈਨੂੰ ਹੋ ਗਏ ਤੇ ਆਪ ਜੀ ਦੇ ਦੀਦਾਰ ਪ੍ਰਾਪਤ ਹੋਣ ਦੇ ਨਾਲ ਮੇਰੇ ਸਾਰੇ ਦੁੱਖ ਫਿਰ ਖਤਮ ਹੋ ਜਾਣੇ ਨੇ। ਫਿਰ ਉਦੋਂ ਮੇਰੇ ਸਭੋ ਦੁੱਖ, ਮੇਰਾ ਇਹ ਦੁੱਖ ਮਾਲਕ ਜੀ ਤੁਸੀਂ ਦੂਰ ਕਰ ਸਕਦੇ ਹੋ ਤੇ ਕਿਰਪਾ ਕਰਕੇ ਮੇਰੇ ਉੱਤੇ ਬਖਸ਼ਿਸ਼ ਕਰੋ। ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ। ਤੇ ਜਦੋਂ ਇਸ ਤਰ੍ਹਾਂ ਗੁਰੂ ਸਵਾਰੇ ਆਪਾਂ ਗੁਰੂ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਕਰਾਂਗੇ ਤੇ ਸਤਿਗੁਰੂ ਕਹਿੰਦੇ ਜੀਵ ਭ੍ਰਮਤ ਭਟਕਦਾ ਭਟਕਦਾ ਪ੍ਰਭੂ ਜੀ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ ਹੈ। ਪ੍ਰਭੂ ਪਰਮਾਤਮਾ ਕਿਹੋ ਜਿਹਾ ਹੈ? ਤੇ ਸਤਿਗੁਰੂ ਕਹਿੰਦੇ ਨੇ ਦੀਨਾਨਾਥ ਜਗਤ ਪਿਤ ਮਾਇਆ। ਇਹ ਪ੍ਰਭੂ ਦੇ ਗੁਣਾਂ ਦਾ ਵਰਣਨ ਕੀਤਾ ਕਿ ਪ੍ਰਭੂ ਵਿੱਚ ਕਿਹੜੇ ਕਿਹੜੇ ਗੁਣ ਨੇ। ਦੀਨਾਨਾਥ, ਦੀਨ ਕੀ ਨੇ ਕੌਣ ਨੇ? ਗਰੀਬ। ਗਰੀਬ ਤੋਂ ਭਾਵ ਕੀ ਹੈ? ਜਿਹਦੇ ਮੈਲੇ ਕੁਚਲੇ ਕੱਪੜੇ ਹੋਣ, ਪਾਟੇ ਹੋਏ ਵਸਤਰ ਪਹਿਨ, ਉਹ ਗਰੀਬ ਨਹੀਂ। ਉਹ ਤਾਂ ਸਾਰਿਆਂ ਦੀ ਪ੍ਰਤਪਾਲਣਾ ਕਰਦਾ, ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ। ਤਨ ਦੀ ਗਰੀਬੀ ਦੀ ਗੱਲ ਨਹੀਂ ਇੱਥੇ ਗੱਲ ਹੈ ਮਨ ਦੀ ਗਰੀਬੀ ਦੀ। ਮਨ ਕਰਕੇ ਗਰੀਬ ਹੋਵੇ, ਚਾਹੇ ਲੱਖਾਂ ਕਰੋੜਾਂ ਆਪਣੇ ਕੋਲ ਹੋਣ ਦੁਨਿਆਵੀ ਧਨ, ਤੇ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੈ। ਤੇ ਤਨ ਕਰਕੇ ਗਰੀਬ ਹੋਵੇ ਪਰ ਮਨ ਕਰਕੇ ਗਰੀਬ ਨਾ ਹੋਵੇ ਤੇ ਫਿਰ ਉਹ ਗੁਰੂ ਸਵਾਰਿਓ ਉਸ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੈ। ਕਈਆਂ ਨੂੰ ਨਸੀਬ ਹੁੰਦੀ ਹੈ ਤੇ ਤਨ ਦੀ ਗਰੀਬੀ ਵੀ ਤੇ ਮਨ ਦੀ ਗਰੀਬੀ ਵੀ। ਤੇ ਜਿਨ੍ਹਾਂ ਨੂੰ ਤਨ ਤੇ ਮਨ ਦੀ ਗਰੀਬੀ ਪ੍ਰਾਪਤ ਹੋਈ ਨਾ, ਉਹਨਾਂ ਦੀ ਫਿਰ ਉਹ ਸਤਿਗੁਰੂ ਪਾਤਸ਼ਾਹ ਜੀ ਬਾਂਹ ਪਕੜਨ। ਗੱਲ ਕੀ ਹੈ ਕਿ ਮਨ ਦੀ ਗਰੀਬੀ ਆਣੀ ਜ਼ਰੂਰੀ ਹੈ। ਇਸ ਕਰਕੇ ਉਹ ਦੀਨਾਂ ਦਾ ਨਾਥ ਹੈ, ਮਾਲਕ ਹੈ ਸਾਰਿਆਂ ਦਾ, ਗਰੀਬਾਂ ਦਾ ਨਾਥ। ਜਗਤ ਪਿਤ ਮਾਇਆ, ਜਗਤ ਦਾ ਪਿਤਾ ਹੈ। ਜਿਹੜੀ ਮਾਇਆ ਨਾ, ਮਾਇਆ ਦਾ ਵੀ ਉਹ ਪਤੀ ਹੈ। ਅਸਲ ਵਿੱਚ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਭਰਮਾਇਆ ਹੋਇਆ ਹੈ। ਇਸ ਮਾਇਆ ਦਾ ਮਾਲਕ ਉਹ ਵਾਹਿਗੁਰੂ ਆਪ ਹੈ। ਮਾਇਆ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਇਹ ਸਾਰੇ ਗੁਣ ਉਸ ਮਾਲਕ ਦੇ ਹਨ ਤੇ ਐਨੇ ਗੁਣਾਂ ਦਾ ਉਹ ਮਾਲਕ ਵਾਹਿਗੁਰੂ ਸੁਆਮੀ ਹੈ। ਪ੍ਰਭ ਦਇਆਲ ਦੁੱਖ ਦਰਦ ਵਿਦਾਰਣ, ਜਿਸ ਭਾਵੈ ਤਿਸ ਹੀ ਨਿਸਤਾਰਣ। ਪ੍ਰਭੂ ਦਿਆਲੂ ਹੈ ਤੇ ਪ੍ਰਭੂ ਦਿਆਲੂ ਹੋਣ ਕਰਕੇ ਦੁੱਖ ਦਰਦ ਨਿਵਾਰਣ, ਜੀਵਾਂ ਦੇ ਦੁੱਖਾਂ ਨੂੰ ਦਰਦਾਂ ਨੂੰ ਨਿਵਾਰਨ ਵਾਲਾ ਹੈ। ਕਿਉਂਕਿ ਆਪਾਂ ਰੋਜ਼ਾਨਾ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ ਕਿ ਦੀਨ ਦਰਦ ਦੁੱਖ ਭੰਜਨ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਪ੍ਰਭੂ ਪਰਮਾਤਮਾ ਜਿਹੜੇ ਸਾਡੇ ਦੁੱਖਾਂ ਦਰਦਾਂ ਨੂੰ ਨਿਵਾਰਨ ਵਾਲਾ। ਤੇ ਗੁਰੂ ਸਵਾਰੇ ਇੱਕ ਹੁੰਦਾ ਹੈ ਤਨ ਦਾ ਦੁੱਖ, ਇੱਕ ਹੁੰਦਾ ਮਨ ਦਾ ਦੁੱਖ। ਤਨ ਨੂੰ ਰੋਗ ਲੱਗਿਆ, ਤਨ ਨੂੰ ਕੋਈ ਦੁੱਖ ਤਕਲੀਫ ਹੈ, ਆਪਾਂ ਡਾਕਟਰ ਕੋਲ ਗਏ, ਆਪਣਾ ਚੈੱਕਅਪ ਕਰਾਇਆ, ਬਿਮਾਰੀ ਸਮਝ ਵਿੱਚ ਆਈ ਤੇ ਤਨ ਦਾ ਇਲਾਜ ਹੋ ਸਕਦਾ ਹੈ ਡਾਕਟਰ ਦੇ ਕੋਲ। ਪਰ ਜੇ ਮਨ ਕਰਕੇ ਕੋਈ ਦੁਖੀ ਹੈ, ਮਨ ਕਰਕੇ ਰੋਗੀ ਹੈ, ਉਹਦਾ ਇਲਾਜ ਗੁਰੂ ਸਰ ਡਾਕਟਰ ਕੋਲ ਨਹੀਂ ਹੈ। ਉਹਦਾ ਇਲਾਜ ਹੈ ਪਰਿਪੂਰਨ ਪਰਮਾਤਮਾ ਦੇ ਕੋਲ। ਉਹਦਾ ਇਲਾਜ ਹੈ ਗੁਰੂ ਸਾਹਿਬਾਨ ਦੇ ਕੋਲ। ਕਿਉਂਕਿ ਇਤਿਹਾਸਕ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ, ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਸਮਾਂ ਇਹੋ ਜਿਹਾ ਆਇਆ ਕਿ ਪਰਮੇਸ਼ਰ ਦੇ ਰੰਗ ਵਿੱਚ ਅਭੇਦ ਹੋ ਗਏ।
ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਅਭੇਦ ਹੋ ਗਏ, ਨਾ ਬਹੁਤਾ ਬੋਲਣ ਨਾ ਕੁਝ ਛਕਣ। ਜੇ ਲੇਟੇ ਆ ਤਾਂ ਲੇਟੇ ਰਹਿਣਾ, ਜੇ ਬੈਠੇ ਆ ਤਾਂ ਬੈਠੇ ਰਹਿਣਾ। ਇੱਕ ਸਾਂ ਬਿਰਤੀ ਵਿੱਚ ਆਨੰਦ ਦੇ ਵਿੱਚ ਨੇ। ਪਹਿਲਾਂ ਹੀ ਸਤਿਗੁਰੂ ਨਿਰੰਕਾਰ ਨੇ, ਉਹ ਪਰਾਮ ਹੋ ਗਏ। ਅਤੇ ਮਾਤਾ ਤ੍ਰਿਪਤਾ ਜੀ ਆਪਣੇ ਲਾਲ ਵੱਲ ਵੇਖਦੀ ਕਿ ਮੇਰਾ ਲਾਲ ਨਾ ਕੁਝ ਖਾਂਦਾ, ਨਾ ਪੀਂਦਾ, ਨਾ ਬੋਲਦਾ ਹੈ, ਨਾ ਕਿਤੇ ਹੁਣ ਬਾਹਰ ਜਾਂਦਾ ਹੈ। ਇੱਥੇ ਬੈਠੇ ਬੈਠੇ ਰਹਿੰਦੇ ਨੇ, ਜੇ ਮੰਜੀ ਉੱਤੇ ਲੇਟ ਕੇ ਤਾਂ ਲੇਟੇ ਰਹਿੰਦੇ ਨੇ। ਅਤੇ ਮੇਰੇ ਪੁੱਤਰ ਨੂੰ ਕੀ ਹੋਇਆ ਹੈ? ਕਹਿੰਦੇ ਨੇ ਉਸ ਸਮੇਂ ਬਾਬਾ ਕਲਿਆਣ ਦਾਸ ਜੀ ਨਾਲ ਗੱਲਬਾਤ ਕੀਤੀ ਕਿ ਦੇਖੋ ਸਾਡੇ ਨਾਨਕ ਨੂੰ ਕੀ ਹੋ ਗਿਆ। ਨਾਨਕ ਉਪਰਾਮ ਰਹਿੰਦਾ ਹੈ, ਨਾਨਕ ਨੂੰ ਕੋਈ ਰੋਗ ਲੱਗਿਆ ਹੋਇਆ ਇੱਧਰ ਕੋਈ। ਆਪਾਂ ਨਾਨਕ ਦਾ ਇਲਾਜ ਕਰਾਈਏ, ਕਿਉਂਕਿ ਮਾਂ ਨੂੰ ਸਭ ਤੋਂ ਵੱਧ ਫਿਕਰ ਹੁੰਦਾ। ਪਿਤਾ ਨਾਲੋਂ ਵੀ ਵੱਧ ਮਾਂ ਆਪਣੇ ਬੱਚਿਆਂ ਦਾ ਫਿਕਰ ਕਰਦੀ ਹੈ। ਘਰ ਵਿੱਚ ਛੋਟਾ ਜਿਹਾ ਬੱਚਾ ਹੋਵੇ ਨਾ, ਬੱਚਾ ਤੋਤਲੀ ਆਵਾਜ਼ ਵਿੱਚ ਕੁਝ ਬੋਲਦਾ, ਭਰਾਵਾਂ ਨੂੰ ਪਤਾ ਨਹੀਂ ਲੱਗਦਾ, ਭੈਣਾਂ ਨੂੰ ਪਤਾ ਨਹੀਂ ਲੱਗਦਾ, ਪਿਓ ਨੂੰ ਪਤਾ ਨਹੀਂ ਲੱਗਦਾ। ਜਦ ਤੋਤਲੀ ਆਵਾਜ਼ 'ਚ ਬੋਲਦਾ ਤਾਂ ਮਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਬੱਚਾ ਕੀ ਕਹਿ ਰਿਹਾ, ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਮੇਰੇ ਬੱਚੇ ਨੂੰ ਦੁੱਖ ਤਕਲੀਫ ਹੈ। ਅਤੇ ਮਾਂ ਸਮਝ ਜਾਂਦੀ ਹੈ, ਮਾਂ ਦਾ ਇਹੋ ਜਿਹਾ ਪ੍ਰੇਮ ਹੁੰਦਾ ਹੈ। ਹੁਣ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਇਸ ਤਰ੍ਹਾਂ ਮੇਰਾ ਲਾਲ ਬਿਲਕੁਲ ਚੁੱਪ ਹੈ, ਮੇਰੇ ਪੁੱਤ ਨੂੰ ਕੋਈ ਰੋਗ ਤਾਂ ਨਹੀਂ ਲੱਗਿਆ ਹੈ। ਬਾਬਾ ਕਲਿਆਣ ਦਾਸ ਜੀ ਨੂੰ ਸੱਦਿਆ ਕਿ ਦੇਖੋ ਤੁਹਾਡੇ ਪੁੱਤਰ ਦੀ ਕੀ ਹਾਲਤ ਹੈ। ਬਾਬਾ ਕਲਿਆਣ ਦਾਸ ਜੀ ਕਹਿੰਦੇ ਕੋਈ ਗੱਲ ਨਹੀਂ, ਸਾਡੇ ਨਗਰ ਦਾ ਪ੍ਰਸਿੱਧ ਵੈਦ ਹੈ, ਅਸੀਂ ਉਸ ਵੈਦ ਨੂੰ ਸੱਦਦੇ ਹਾਂ। ਉਹ ਵੈਦ ਵਿੱਚ ਇੰਨੀ ਕਲਾ ਹੈ ਕਿ ਉਹ ਨਬਜ਼ ਦੇਖ ਕੇ ਹੀ ਦੱਸ ਦਿੰਦਾ ਕਿ ਅੰਦਰ ਕੀ ਰੋਗ ਹੈ। ਪੁਰਾਣੇ ਜਿਹੜੇ ਵੈਦ ਹੁੰਦੇ ਸੀ ਨਾ, ਅੱਜ ਕੱਲ੍ਹ ਤਾਂ ਝੂਠੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ। ਪੁਰਾਤਨ ਜਿਹੜੇ ਵੈਦ ਹੁੰਦੇ ਸਨ, ਬਾਕੀ ਉਹਨਾਂ 'ਚ ਕਲਾ ਹੁੰਦੀ ਸੀ। ਅੱਜ ਜਦੋਂ ਆਪਾਂ ਆਪਣੇ ਸਰੀਰ ਦਾ ਚੈੱਕਅਪ ਕਰਾਉਂਦੇ ਹਾਂ, ਸਕੈਨਾਂ ਕਰਾਉਂਦੇ ਹਾਂ, ਅਤੇ ਉਦੋਂ ਕੋਈ ਸਕੈਨ ਨਹੀਂ ਹੁੰਦੀ ਸੀ। ਨਬਜ਼ ਦੇਖ ਕੇ ਹੀ ਰੋਗ ਪਕੜ ਲੈਂਦੇ ਕਿ ਫਲਾਣਾ ਰੋਗ ਅੰਦਰ ਚੱਲ ਰਿਹਾ ਹੈ। ਅਤੇ ਉਹਨਾਂ ਨੇ ਪੁੜੀਆਂ ਬਣਾਉਣੀਆਂ, ਜੜੀਆਂ ਬੂਟੀਆਂ ਤਿਆਰ ਕਰਕੇ, ਇੱਕ ਅੱਧੀ ਪੁੜੀ ਦੇ ਨਾਲੇ ਫਿਰ ਮਨੁੱਖ ਠੀਕ ਹੋ ਜਾਂਦਾ ਸੀ। ਉਦੋਂ ਸਮਾਂ ਇਹੋ ਜਿਹਾ ਹੁੰਦਾ ਸੀ, ਵੈਦ ਘੱਟ ਸੀ, ਪਰ ਇਲਾਜ ਜਿਹੜੇ ਹੈ ਚੰਗੇ ਸੀ ਉਹ ਇਲਾਜ ਕਰ ਦਿੰਦੇ ਸਨ। ਅੱਜ ਵੈਦ ਵੱਧ ਨੇ ਅਤੇ ਜੀਵ ਦਾ ਇਲਾਜ ਨਹੀਂ ਹੋ ਰਿਹਾ ਹੈ। ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲਈ ਫਿਰ ਉਸ ਵੈਦ ਨੂੰ ਸੱਦਿਆ ਗਿਆ। ਵੈਦ ਘਰ ਵਿੱਚ ਆ ਗਿਆ। ਬਾਬਾ ਨਾਨਕ ਜੀ ਪਲੰਘ ਉੱਤੇ ਲੇਟੇ ਨੇ, ਚਾਦਰ ਨਾਲ ਆਪਣਾ ਮੁੱਖ ਢੱਕਿਆ ਹੋਇਆ। ਅਸਲ ਵਿੱਚ ਤਾਂ ਉਹ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰ ਰਹੇ ਸੀ। ਕਹਿੰਦੇ ਨੇ ਉਸ ਵੈਦ ਨੇ ਗੁਰੂ ਨਾਨਕ ਪਾਤਸ਼ਾਹ ਦੀ ਨਬਜ਼ ਪਕੜੀ, ਕਰ ਕਮਲ ਪਕੜ ਕੇ ਨਾ ਨਬਜ਼ ਪਕੜ ਕੇ ਦੇਖਦਾ, ਸਮਝ ਕੁਝ ਨਹੀਂ ਲੱਗਿਆ। ਹੈ ਵੈਦ ਸਿਆਣਾ ਸੀ, ਪਰ ਗੁਰੂ ਨਾਨਕ ਦੀ ਨਬਜ਼ ਪਕੜ ਕੇ ਨਾ ਕੁਝ ਸਮਝ ਨਹੀਂ ਲੱਗਿਆ, ਪਰ ਆਪਣਾ ਅਸਰ ਰਸੂਖ ਬਣਾਉਣ ਦੇ ਲਈ ਤੇ ਕਹਿਣ ਲੱਗਿਆ, ਹਾਂ ਨਾਨਕ ਨੂੰ ਰੋਗ ਲੱਗਿਆ ਹੋਇਆ ਹੈ, ਨਾਨਕ ਨੂੰ ਰੋਗ ਲੱਗਿਆ ਹੋਇਆ। ਜਦੋਂ ਆਪਣਾ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਬਤ ਆਖਿਆ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਬੈਠ ਗਏ। ਤੇ ਵੈਦ ਵੱਲ ਸਤਿਗੁਰੂ ਨੇ ਦੇਖਣਾ ਕੀਤਾ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੋਂ ਰਿਹਾ ਨਹੀਂ ਗਿਆ। ਤੇ ਪਾਤਸ਼ਾਹ ਕਹਿੰਦਾ, ਵੈਦ ਜੀ ਆਪਣਾ ਮਾਣ ਸਨਮਾਨ ਵਧਾਉਣ ਦੇ ਲਈ ਤੁਸੀਂ ਤੁਹਾਨੂੰ ਪਤਾ ਮੈਨੂੰ ਕਿਹੜਾ ਰੋਗ ਲੱਗਿਆ? ਤੁਸੀਂ ਤਾਂ ਐਵੇਂ ਹੀ ਆਪ ਇਸ ਤਰ੍ਹਾਂ ਬੋਲ ਰਹੇ, ਮੈਨੂੰ ਪਤਾ ਮੈਨੂੰ ਕਿਹੜਾ ਰੋਗ ਲੱਗਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿਹੜਾ ਰੋਗ ਹਾਂ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਕਿ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹ। ਵੈਦ ਨੂੰ ਸੱਦ ਲਿਆ, ਕਹਿੰਦੇ ਪਕੜ ਢੰਡੋਲੇ ਬਾਂਹ, ਬਾਂਹ ਪਕੜਦਾ ਨਬਜ਼ ਪਕੜ ਕੇ ਰੋਗ ਲੱਭਦਾ ਫਿਰਦਾ ਏ। ਪਰ ਕਹਿੰਦੇ ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਂ, ਜਿਹੜੀ ਮੇਰੇ ਕਰੇਜੇ ਵਿੱਚ ਹਿਰਦੇ ਅੰਦਰ ਪੀੜਾ ਹੈ ਮਾਲਕ ਨੂੰ ਮਿਲਣ ਦੀ, ਕਹਿੰਦੇ ਉਸ ਪੀੜਾ ਨੂੰ ਤਾਂ ਵੈਦ ਜਾਣਦਾ, ਉੱਥੇ ਤੱਕ ਪਹੁੰਚ ਨਹੀਂ ਸਕਦਾ ਵੈਦ, ਇਹਨੂੰ ਕੀ ਪਤਾ। ਦੇਖੋ
ਛੋਟੀ ਉਮਰ ਦੇ ਵਿੱਚ ਉਸ ਨਾਲੇ ਇਹ ਸ਼ਬਦ ਉਚਾਰਨ ਕੀਤਾ ਤੇ ਉਸ ਵੈਦ ਉੱਤੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਉਹ ਵੈਦ ਗੁਰੂ ਨਾਨਕ ਦਾ ਸ਼ਰਧਾਲੂ ਬਣ ਗਿਆ, ਗੁਰੂ ਨਾਨਕ ਦਾ ਸਿੱਖ ਬਣ ਗਿਆ। ਜਿਹਦੇ ਉੱਤੇ ਗੁਰੂ ਨਾਨਕ ਦੀ ਮਿਹਰ ਹੋਈ ਨਾ, ਉਹ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨ ਲੱਗ ਪਿਆ ਸੀ। ਚਾਹੇ ਉਹ ਮੁੱਲਾ ਸੀ, ਚਾਹੇ ਇਹ ਵੈਦ ਸੀ, ਇੱਥੋਂ ਤੱਕ ਚਾਹੇ ਉਹ ਰਾਏ ਬੁਲਾਰ ਵੀ ਸੀ, ਜਿਹੜਾ ਨਗਰ ਦਾ ਚੌਧਰੀ ਸੀ, ਪਰ ਗੁਰੂ ਨਾਨਕ ਪਾਤਸ਼ਾਹ ਸ਼ਰਧਾਲੂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਇਸ ਤਰ੍ਹਾਂ ਗੁਰੂ ਸਰ ਜੀਵਾਂ ਦੇ ਦੁੱਖਾਂ ਨੂੰ ਖਤਮ ਕਰਨ ਵਾਲੇ ਨੇ। ਤੇ ਸਤਿਗੁਰੂ ਕਹਿੰਦੇ ਨੇ, ਪ੍ਰਭ ਦਿਆਲ ਦੁੱਖ ਦਰਦ ਨਿਵਾਰਨ। ਹੇ ਪ੍ਰਭੂ ਜੀ, ਆਪ ਜੀ ਦਿਆਲੂ ਹੋ ਤੇ ਦੁੱਖ ਜਿੰਨੇ ਵੀ ਦੁੱਖ ਨੇ, ਦਰਦ ਨੇ, ਇਹਨਾਂ ਸਾਰੀਆਂ ਤਕਲੀਫਾਂ ਨੂੰ ਆਪ ਜੀ ਵਿਦਾਰਨ ਵਾਲੇ, ਖਤਮ ਕਰਨ ਵਾਲੇ ਹੋ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ ਕਿ ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁੱਖ ਨ ਸਕੈ ਪਿਆ। ਉਹ ਵਾਹਿਗੁਰੂ ਤਾਂ ਐਡਾ ਵੱਡਾ ਮਾਲਕ ਹੈ, ਸਮਰੱਥ ਹੈ, ਸੰਸਾਰ ਸਮੁੰਦਰ ਤੋਂ ਤਾਰਨ ਵਾਲਾ, ਨਿਧੀਆਂ ਦਾ ਖਜ਼ਾਨਾ ਉਹਦੇ ਕੋਲ ਹੈ। ਜਿਹੜਾ ਐਸੇ ਮਾਲਕ ਦੇ ਸ਼ਰਨ ਵਿੱਚ ਆ ਜਾਂਦਾ, ਪ੍ਰਭੂ ਦੀ ਸ਼ਰਨ ਤੱਕ ਲੈਂਦਾ ਹੈ, ਉਹਨੂੰ ਫਿਰ ਦੁੱਖ ਨਾ ਸਕੈ ਵਿਆਪ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪ ਸਕਦਾ। ਦੀਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਵਾਰੀ ਆਇਆ ਹੈ ਤੇ ਦੀਨ ਦੇ ਵੱਖਰੇ ਵੱਖਰੇ ਅਰਥ ਬਣਦੇ ਨੇ। ਦੀਨ ਦਾ ਅਰਥ ਗਰੀਬੀ ਵੀ ਹੈ, ਦੀਨ ਦਾ ਅਰਥ ਨਿਮਰਤਾ ਵੀ ਹੈ, ਤੇ ਦੀਨ ਦਾ ਅਰਥ ਧਰਮ ਵੀ ਹੈ। ਆਪਾਂ ਭਗਤ ਕਬੀਰ ਸਾਹਿਬਾਨ ਦੇ ਬਚਨ ਪੜ੍ਹਦੇ ਨਾ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਇੱਥੇ ਦੀਨ ਦਾ ਅਰਥ ਹੈ ਧਰਮ। ਕਹਿੰਦੇ ਹੇ ਝੱਲੇ ਜੀਵ, ਤੇ ਆਪਣੇ ਧਰਮ ਨੂੰ ਵਿਸਾਰ ਦਿੱਤਾ, ਆਪਣੇ ਦੀਨ ਨੂੰ ਵਿਸਾਰ ਦਿੱਤਾ ਹੈ। ਤੇ ਇੱਥੇ ਸਤਿਗੁਰੂ ਜੀ ਨੇ ਇੱਥੇ ਗਰੀਬੀ ਦੀ ਗੱਲ ਕੀਤੀ ਹੈ, ਦੀਨਾਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ। ਕਹਿੰਦੇ ਇਸ ਤਰ੍ਹਾਂ ਉਹ ਦਿਆਲੂ ਹੈ, ਦਇਆ ਦਾ ਘਰ ਹੈ, ਜੀਵਾਂ ਦੇ ਦੁੱਖਾਂ ਨੂੰ ਨਿਵਾਰਨ ਵਾਲਾ ਹੈ। ਜਿਸ ਭਾਵੈ ਤਿਸ ਹੀ ਨਿਸਤਾਰਨ। ਜਿਸ ਭਾਵੈ, ਜਿਹੜੇ ਉਹਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ, ਫਿਰ ਉਹਨਾਂ ਦਾ ਹੀ ਉਹ ਵਾਹਿਗੁਰੂ ਨਿਸਤਾਰਨ, ਪਾਰ ਉਤਾਰਾ ਕਰਦਾ ਹੈ। ਭਾਵ ਉਹੀ ਫਿਰ ਮਾਲਕ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਤਾਈਓ ਬਾਬਾ ਨਾਮਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਕਿ ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਣ ਦੇ। ਭਗਤ ਨਾਮਦੇਵ ਸਾਹਿਬਾਨ ਜੀ ਕਹਿੰਦੇ, ਹੇ ਮੇਰੇ ਬਾਪ, ਹੇ ਮੇਰੇ ਬੀਠਲ। ਬੀਠਲ ਦਾ ਅਰਥ ਹੈ ਪਰਮੇਸ਼ਰ, ਮਹਾਰਾਸ਼ਟਰ ਦੀ ਬੋਲੀ ਹੈ। ਕਹਿੰਦੇ ਨੇ, ਹੇ ਮੇਰੇ ਮਾਂ ਬਾਪ, ਹੇ ਮੇਰੇ ਮਾਲਕ ਜੀ, ਮੈਨੂੰ ਆਪਣੀ ਬਾਂਹ ਦੇ ਕੇ ਤਾਰ ਨਾ ਕਰ, ਮੈਂ ਸੰਸਾਰ ਰੂਪੀ ਸਮੁੰਦਰ ਵਿੱਚ ਗੋਤੇ ਖਾ ਰਿਹਾ, ਡੁੱਬ ਰਿਹਾ ਹਾਂ। ਬਾਂਹ ਪਕੜ ਕੇ ਮੈਨੂੰ ਆਪਣੀ ਬਾਂਹ ਦੇ, ਤਾਂ ਕਿ ਤੇਰੀ ਬਾਂਹ ਪਕੜ ਕੇ ਮੈਂ ਇੱਥੋਂ ਤਰ ਜਾਵਾਂ, ਮੇਰਾ ਪਾਰ ਉਤਾਰਾ ਹੋ ਜਾਵੇ। ਤੇ ਜਦੋਂ ਇਸ ਤਰ੍ਹਾਂ ਗੁਰੂ ਸਵਾਰੇ ਸਤਿਗੁਰੂ ਇੱਥੇ ਵੀ ਬਚਨ ਹੀ ਕਰਦੇ ਨੇ ਕਿ ਜਿਸ ਭਾਵ, ਜਿਹੜੇ ਉਸ ਮਾਲਕ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ ਨਾ, ਤਿਸ ਹੀ ਨਿਸਤਾਰਨ, ਫਿਰ ਉਹਨਾਂ ਦਾ ਹੀ ਉਹ ਮਾਲਕ ਵਾਹਿਗੁਰੂ ਪਾਰ ਉਤਾਰਾ ਕਰਦਾ ਹੈ। ਉਹ ਸੰਸਾਰ ਸਮੁੰਦਰ ਤਰ ਜਾਂਦੇ ਹਨ। ਅੰਧ ਕੂਪ ਤੇ ਕਾਢਣ ਹਾਰਾ, ਪ੍ਰੇਮ ਭਗਤ ਹੋਵਤ ਨਿਸਤਾਰਾ। ਅੰਧਕੂਪ ਸੰਸਾਰ ਕੀ ਹੈ? ਇੱਕ ਡੂੰਘਾ ਖੂਹ ਹੈ, ਜਿੱਥੇ ਹਨੇਰਾ ਹੀ ਹਨੇਰਾ ਛਾਇਆ ਹੋਇਆ। ਵਿਕਾਰਾਂ ਰੂਪੀ ਪਾਣੀ ਹੈ, ਅਗਿਆਨਤਾ ਰੂਪੀ ਹਨੇਰਾ ਛਾਇਆ ਹੋਇਆ। ਇਸ ਹਨੇਰੇ ਵਿੱਚ ਜੀਵ ਠੋਕਰਾਂ ਖਾ ਰਿਹਾ। ਜਿਵੇਂ ਆਪਾਂ ਦੇਖੀਏ, ਲਾਈਟ ਨਾ ਹੋਵੇ ਰਾਤ ਵੇਲੇ, ਘਰ ਵਿੱਚ ਲਾਈਟ ਨਾ ਹੋਵੇ, ਲਾਈਟ ਨਾ ਆਵੇ, ਦੀਵੇ ਜਗਾਈਏ, ਦੀਵੇ ਦਾ ਤੇਲ ਵੀ ਮੁੱਕ ਜਾਂਦਾ, ਬੱਤੀ ਸੜ ਜਾਂਦੀ ਹੈ,
ਤੇ ਉਦੋਂ ਗੁਰੂ ਸਵਾਰੇ ਫਿਰ ਚਾਨਣ ਨਹੀਂ ਹੁੰਦਾ। ਹਨੇਰੇ ਦੇ ਵਿੱਚ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਬੜਾ ਔਖਾ ਲੱਗਦਾ ਹੈ। ਜੇ ਤੁਰਾਂਗੇ, ਟੱਕਰ ਖਾ ਕੇ ਡਿੱਗਾਂਗੇ, ਠੇਡਾ ਖਾਵਾਂਗੇ। ਹਨੇਰੇ ਵਿੱਚ ਵੈਸੇ ਵੀ ਮਨੁੱਖ ਨੂੰ ਡਰ ਰਹਿੰਦਾ, ਕੋਈ ਸੱਪ ਕੰਡਾ ਇਤਿਆਦਿਕ ਕੀੜਾ ਮਕੌੜਾ ਨਾਲ ਲੜ ਜਾਵੇ, ਆਪਣਾ ਬਚਾਅ ਨਹੀਂ ਕਰ ਸਕਦਾ। ਹੁਣ ਗਰਮੀ ਦੀ ਰੁੱਤ ਹੈ, ਲਾਈਟ ਨਾ ਹੋਵੇ ਤੇ ਗੁਰੂ ਸਰ ਸਾਨੂੰ ਪੱਖੇ ਲਾਉਂਦੇ ਆ, ਏਸੀ ਲਾਏ ਜਾਂਦੇ, ਕੂਲਰ ਲਾਈ ਜਾਂਦੀ, ਵਰਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇ ਲਾਈਟ ਨਾ ਹੋਵੇ, ਲਾਈਟ ਤੋਂ ਬਿਨਾਂ ਫਿਰ ਇਹ ਵਰਤੋਂ ਵਿੱਚ ਨਹੀਂ ਆ ਸਕਦੇ ਤੇ ਜੀਵਨ ਨੂੰ ਆਪਣਾ ਜੀਵਨ ਦਾ ਨਿਰਵਾਹ ਕਰਨਾ ਬੜਾ ਔਖਾ ਹੋ ਜਾਣਾ। ਦੁਨਿਆਵੀ ਸੁੱਖ ਲੈਣ ਵਾਸਤੇ, ਆਪਣੀਆਂ ਸਹੂਲਤਾਂ ਨੂੰ ਪੂਰੀਆਂ ਕਰਨ ਵਾਸਤੇ ਦੁਨਿਆਵੀ ਜਿਹੜੀ ਲਾਈਟ ਹੈ, ਰੋਸ਼ਨੀ ਹੈ, ਇਹਦਾ ਆਪਾਂ ਇਸਤੇਮਾਲ ਕਰ ਲਿਆ। ਇਹਦੇ ਰਾਹੀਂ ਆਪਾਂ ਇਹਨੂੰ ਪ੍ਰਾਪਤ ਕੀਤਾ। ਰਾਤ ਵੇਲੇ ਲਾਈਟ ਜਗਾ ਲਈ, ਪੱਖੇ ਚਲਾ ਲਏ, ਕੂਲਰ ਚਲਾ ਲਏ ਤੇ ਸਾਡੀ ਜ਼ਿੰਦਗੀ ਦਾ ਨਿਰਵਾਹ ਹੋ ਗਿਆ, ਰਾਤ ਵਧੀਆ ਲੰਘ ਗਈ। ਤੇ ਇਸ ਤਰ੍ਹਾਂ ਆਪਾਂ ਬਚ ਗਏ। ਪਰ ਸਤਿਗੁਰੂ ਕਹਿੰਦੇ ਜਿਹੜਾ ਤੇਰੇ ਅੰਦਰ ਅਗਿਆਨਤਾ ਦਾ ਘੁੱਪ ਹਨੇਰਾ ਹੈ, ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਹਦੇ ਵਿੱਚ ਜੀਵ ਤੂੰ ਡੁੱਬ ਰਿਹਾ ਹੈ, ਤੇਰੇ ਗਲ ਤੱਕ ਤੇਰੇ ਪਾਣੀ ਪਹੁੰਚ ਗਿਆ, ਤੂੰ ਦੱਸ ਕਿਵੇਂ ਨਿਕਲੇਗਾ? ਨਿਕਲਣਾ ਬੜਾ ਔਖਾ ਹੈ। ਜਿਹਨੂੰ ਤਾਂ ਹੁਣ ਤੈਰਨਾ ਆਉਂਦਾ ਹੈ, ਮਾਨੋ ਨਦੀ ਹੈ, ਨਦੀ ਪਾਰ ਕਰਨੀ ਹੈ, ਜਿਹਨੂੰ ਤਾਂ ਤੈਰਨਾ ਆਉਂਦਾ ਉਹ ਤਾਂ ਤੈਰੇਗਾ ਤੇ ਤੈਰ ਕੇ ਉਬਾਲੇ ਕਿਨਾਰੇ ਤੇ ਪਾਰਲੇ ਕਿਨਾਰੇ ਪਹੁੰਚ ਜਾ, ਡੁੱਬਣੋਂ ਬਚ ਜਾਵੇਗਾ। ਜਿਹਨੂੰ ਹੁਣ ਤੈਰਨਾ ਨਹੀਂ ਆਉਂਦਾ ਤੇ ਉਹ ਤਾਂ ਫਿਰ ਗੋਤੇ ਖਾ ਕੇ ਵਿੱਚ ਹੀ ਖਤਮ ਹੋਵੇਗਾ ਨਾ। ਕਿੰਨਾ ਸਮਾਂ ਉਹ ਆਪਣੇ ਆਪ ਨੂੰ ਬਚਾ ਲਵੇਗਾ। ਹਾਂ, ਜੇ ਕੋਈ ਹੋਰ ਤੈਰਨ ਵਾਲਾ ਤੈਰਾਕੀ ਹੋਵੇ, ਉਹ ਗੁਰੂ ਸਵਾਰੇ ਫਿਰ ਉਹਦੀ ਮਦਦ ਕਰਕੇ ਉਹਨੂੰ ਫਿਰ ਉਹਦੀ ਬਾਂਹ ਪਕੜ ਕੇ ਉਹਨੂੰ ਬਾਹਰ ਕੱਢ ਸਕਦਾ, ਫਿਰ ਬਚ ਸਕਦਾ ਹੈ। ਡੁੱਬ ਰਿਹਾ ਇਨਸਾਨ ਜੇ ਤੈਰਨ ਵਾਲੇ ਦੀ ਸੰਗਤ ਕਰ ਲੈ, ਤੈਰਨ ਵਾਲਾ ਉੱਥੇ ਆ ਜਾਵੇ ਤੇ ਉਹਨੂੰ ਫਿਰ ਉਹ ਪਕੜ ਕੇ ਬਾਹਰ ਕੱਢ ਸਕਦਾ ਹੈ। ਤੇ ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਸਾਹਿਬਾਨ ਦੀ ਸ਼ਰਨ ਤੱਕਾਂਗੇ ਨਾ, ਗੁਰੂ ਨੇ ਸਭ ਤੋਂ ਪਹਿਲਾਂ ਸਾਡੇ ਅੰਦਰ ਗਿਆਨ ਦਾ ਦੀਵਾ ਜਗਾਉਣਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਨੇ ਰੋਸ਼ਨੀ ਕਰ ਦੇਣੀ ਅੰਦਰ, ਦੀਵਾ ਜਗਾ ਦੇਣਾ ਤੇ ਗੁਰੂ ਨੇ ਆਖਣਾ ਕਿ ਸਿੱਖਾ ਆ ਜਗਾ ਦਿੱਤਾ ਦੀਵਾ, ਹੁਣ ਤੈਂ ਦੇਖਣਾ ਕਿ ਇੱਧਰ ਪਾਣੀ ਹੈ, ਇੱਧਰ ਵੱਡੇ ਵੱਡੇ ਜੰਗਲੀ ਜਾਨਵਰ ਬੈਠੇ ਹੋਏ ਨੇ, ਸੱਪ ਕੀੜੇ ਇਤਿਆਦਿਕ ਨੇ, ਤੇ ਆਪਣਾ ਹੁਣ ਬਚਾਅ ਤਾਂ ਆਪ ਕਰਨਾ ਹੈ। ਤੈਨੂੰ ਮੈਂ ਤੇਰੇ ਅੰਦਰ ਜੋਤ ਜਗਾ ਦਿੱਤੀ ਹੈ, ਦੀਵਾ ਜਗਾ ਦਿੱਤਾ ਹੈ। ਹੁਣ ਜਿਨ੍ਹਾਂ ਦਾ ਗੁਰੂ ਸਰ ਉਸ ਦੀਵੇ ਨੂੰ ਪ੍ਰਾਪਤ ਕਰਕੇ ਤੇ ਗੁਰੂ ਦੱਸੇ ਹੋਏ ਮਾਰਗ ਤੇ ਚੱਲਦਾ ਗਿਆ, ਉਹ ਤਾਂ ਸੱਚ ਜਾਣੇ ਫਿਰ ਇੱਕ ਦਿਨ ਆਪਣੀ ਮੰਜ਼ਿਲ ਤੱਕ ਪਹੁੰਚ ਜਾਵੇਗਾ। ਪਰ ਜਿਹਨੇ ਦੀਵਾ ਬਲਿਆ ਹੋਵੇ, ਬਲੇ ਹੋਏ ਦੀਵੇ ਦੇ ਹੁੰਦਿਆਂ ਹੋਇਆਂ ਵੀ ਠੋਕਰਾਂ ਖਾਂਦਾ ਰਿਹਾ ਤੇ ਇਸ ਤਰ੍ਹਾਂ ਗੁਰੂ ਸਰਿਓ ਫਿਰ ਉਹਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇੱਥੋਂ ਪਾਰ ਹੋਵਾਂ, ਮੈਂ ਇਸ ਅਗਿਆਨਤਾ ਦੇ ਹਨੇਰੇ ਨੂੰ ਬਾਹਰ ਕੱਢਾਂ, ਫਿਰ ਉਹਦਾ ਕੋਈ ਇਲਾਜ ਨਹੀਂ ਹੈ, ਫਿਰ ਉਹ ਤਾਂ ਫਿਰ ਡੁੱਬੇਗਾ ਹੀ ਪੱਕਾ ਹੀ। ਗੁਰੂ ਕਹਿੰਦਾ ਤੂੰ ਆਪਣੇ ਅੰਦਰ ਦੀਵਾ, ਤੇਰੇ ਸਿੱਖਾ ਇਹ ਨਾਮ ਦਾ ਦੀਵਾ, ਇਹ ਦੀਵੇ ਨੂੰ ਜਗਾ, ਤੂੰ ਇਸ ਤਰ੍ਹਾਂ ਜਗਾ ਕੇ ਫਿਰ ਤੂੰ ਇਸ ਤਰ੍ਹਾਂ ਆਪਣੇ ਜੀਵਨ ਦਾ ਨਿਰਵਾਹ ਕਰ। ਜਿਨ੍ਹਾਂ ਦੇ ਅੰਦਰ ਜਗਿਆ ਨਾ, ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਨਿਰਵਾਹ ਕੀਤਾ। ਉਹ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲੈਂਦੇ। ਦੀਵਾ ਕਿਵੇਂ ਜਗਣਾ ਹੈ? ਦੀਵਾ ਜਗਾਉਣ ਤੋਂ ਮਸਤਕ ਕੀ ਭਾਵ ਹੈ ਸਤਿਗੁਰੂ ਦਾ? ਦੀਵਾ ਜਗਣਾ ਹੈ ਸਤਿਗੁਰ ਦੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ, ਚੰਗੇ ਕਰਮ ਕਰਕੇ, ਫਿਰ ਗੁਰੂ ਸਰ ਦੀਵਾ ਜਗਣਾ ਹੈ। ਕਿਉਂਕਿ ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਬਲਿਓ ਚਰਾਗ,
ਜਿਨ੍ਹਾਂ ਦੇ ਹਿਰਦੇ ਅੰਦਰ ਕਹਿੰਦੇ ਇਸ ਤਰ੍ਹਾਂ ਚਿਰਾਗ ਦੀਵਾ ਜਗ ਜਾਂਦਾ ਨਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਸਾਰੀਆਂ ਕਲਾਂ ਨੂੰ ਪ੍ਰਾਪਤ ਹੋ ਜਾਂਦੀਆਂ। ਤੇ ਸਾਰੇ ਭਵਨਾਂ ਦੇ ਵਿੱਚ ਫਿਰ ਉਹਨਾਂ ਨੂੰ ਮਾਲਕ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਸਾਰੇ ਭਵਨ ਭਾਵ ਜਿੰਨੇ ਵੀ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਨੇ, ਕੱਲੇ ਕੱਲੇ ਅੰਗ ਵਿੱਚ ਉਹ ਮਾਲਕ ਵਾਹਿਗੁਰੂ ਦਿਖਾਈ ਦਿੰਦਾ ਹੈ। ਫਿਰ ਭਗਤ ਰਵਿਦਾਸ ਸਾਹਿਬਾਨ ਜੈਸੀ ਅਵਸਥਾ ਬਣ ਜਾਂਦੀ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ, ਮਲਣ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਫਿਰ ਉਹ ਅਵਸਥਾ ਬਣਦੀ ਹੈ। ਫਿਰ ਇਸ ਤਰ੍ਹਾਂ ਜਦੋਂ ਅੰਦਰ ਦੀਵਾ ਜਗਦਾ ਨਾ, ਫਿਰ ਉਹ ਇਸ ਤਰ੍ਹਾਂ ਪਾਲਕ ਨੂੰ ਪੁਕਾਰ ਪੁਕਾਰ ਕੇ ਕਹਿੰਦਾ, ਪੁਕਾਰ ਪੁਕਾਰ ਕੇ ਬੇਨਤੀਆਂ ਕਰਦਾ ਕਿ ਮਾਲਕ ਪ੍ਰਭੂ ਜੀ ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਦੀਦਾਰ ਬਖਸ਼ਣਾ ਕਰ। ਤੇ ਗੁਰੂ ਸਾਹਿਬਾਨ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਅੰਧ ਕੂਪ ਤੇ ਕਾਢਣ ਹਾਰਾ ਜੀਵ, ਕਹਿੰਦੇ ਡੂੰਘੇ ਖੂਹ ਵਿੱਚ ਜਿੱਥੇ ਘੁੱਪ ਹਨੇਰਾ ਹੀ ਹੈ, ਕੁਝ ਦਿਖਾਈ ਨਹੀਂ ਦੇ ਰਿਹਾ, ਉੱਥੇ ਗੋਤੇ ਖਾ ਰਹੇ ਆ। ਤੇ ਪ੍ਰਭੂ ਸਾਹਿਬਾਨ ਗੁਰੂ ਸਾਹਿਬਾਨ ਜੀ ਉਸ ਖੂਹ ਦੇ ਵਿੱਚੋਂ ਜੀਵ ਨੂੰ ਬਾਹਰ ਕੱਢਣ ਹਾਰਾ ਹੈ ਮਾਲਕ ਵਾਹਿਗੁਰੂ, ਬਾਂਹ ਪਕੜ ਖੜ ਦਿੰਦਾ ਹੈ। ਕਹਿੰਦੇ ਫਿਰ ਪ੍ਰੇਮ ਭਗਤ ਹੋਵਤ ਨਿਸਤਾਰਾ, ਪ੍ਰੇਮਾ ਭਗਤੀ ਕਰਕੇ ਹੀ ਜੀਵ ਤੇਰਾ ਨਿਸਤਾਰਾ ਹੋਣਾ, ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਕਿਉਂਕਿ ਕਲਗੀਧਰ ਪਾਤਸ਼ਾਹ ਰੋਜ਼ਾਨਾ ਸਾਪਾ ਸਤਿਗੁਰ ਦੇ ਬਚਨ ਪੜ੍ਹਦੇ ਆ ਨਾ, ਕਿ ਕਹਾਂ ਭਇਓ ਜੋ ਦਊ ਲੋਚਨ ਮੂੰਦ ਕੈ, ਬੈਠ ਰਿਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਖੇਡ ਸਾਰੀ ਪ੍ਰੇਮ ਦੀ ਹੈ। ਜੇ ਪ੍ਰੇਮ ਦੇ ਸਹਿਤ ਆਪਾਂ ਗੁਰੂ ਸਵਾਰੇ ਗੁਰਦੁਆਰਾ ਸਾਹਿਬ ਵੇਖੇ ਆਪਣੇ ਘਰ ਦੇ ਵਿੱਚ ਸਤਿਗੁਰ ਦੀ ਬਾਣੀ ਨੂੰ ਪੜ੍ਹਾਂਗੇ, ਬਾਣੀ ਨੂੰ ਸੁਣਾਂਗੇ ਪ੍ਰੇਮ ਰੱਖ ਕੇ, ਤੇ ਉਸ ਪ੍ਰੇਮ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ। ਜੇ ਪ੍ਰੇਮ ਤੋਂ ਸਖਣੇ ਹੋ ਕੇ ਆਪਾਂ ਇਸ ਤਰ੍ਹਾਂ ਬਾਣੀ ਵੀ ਪੜ੍ਹਦੇ ਹਾਂ ਪਰ ਅੰਦਰ ਪ੍ਰੇਮ ਨਹੀਂ ਹੈ, ਸੇਵਾ ਕਰਦੇ ਹਾਂ ਪਰ ਅੰਦਰ ਪ੍ਰੇਮ ਨਹੀਂ ਹੈ, ਸੇਵਾ ਕਰਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਤੇ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਨਹੀਂ ਹੈ, ਫਿਰ ਉਹ ਪ੍ਰੇਮ ਤੋਂ ਹੀਣੇ ਕਦੇ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦੇ। ਪ੍ਰੇਮ ਹੈ ਜੇ ਗੁਰੂ ਨੇ ਕਹਿ ਦਿੱਤਾ, ਭਾਈ ਦਿਆਲੇ ਜਿਹਨੂੰ ਕਿ ਦਿਆਲਿਆ ਤੇਰੇ ਉੱਤੇ ਜ਼ੁਲਮ ਉਠਾਰੇ, ਤੂੰ ਉਬਲਦੇ ਦੇਗੇ ਵਿੱਚ ਬਹਿ ਜਾ, ਤੇਰਾ ਸਰੀਰ ਬੇਸ਼ੱਕ ਰਿੱਝ ਰਿੱਝ ਕੇ ਖਤਮ ਹੋ ਜਾਵੇਗਾ ਪਰ ਮਾਨਸਿਕ ਤੌਰ 'ਤੇ ਮੈਂ ਤੈਨੂੰ ਸੇਕ ਨਹੀਂ ਲੱਗਣ ਦਿਆਂਗਾ। ਭਾਈ ਦਿਆਲੇ ਦਾ ਪ੍ਰੇਮ ਸੀ ਗੁਰੂ ਦੇ ਪ੍ਰਤੀ ਤੇ ਉਬਲਦੇ ਦੇਗੇ ਵਿੱਚ ਬੈਠ ਗਿਆ, ਆਲੂ ਵਾਂਗ ਭੜਥਾ ਬਣ ਗਿਆ ਗੁਰੂ ਸਰੀਰ ਦਾ। ਪਰ ਪ੍ਰੇਮ ਹੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰੇਮ ਹੋਣ ਕਰਕੇ ਤੇ ਗੁਰੂ ਸਵਾਰਿਓ ਪਰਵਾਹ ਨਹੀਂ ਕੀਤੀ ਤੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਕਿ ਅੱਗ ਦਾ ਸੇਕ ਸੀ, ਸਰੀਰ ਤਾਂ ਸੜਦਾ ਸੀ ਨਾ, ਸਰੀਰ ਸੜ ਰਿਹਾ ਸੀ ਪਰ ਕਾਰਨ ਕੀ ਸੀ? ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਸੀ। ਮਨ ਜਿਹੜਾ ਸੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਖਬੋਇਆ ਹੋਇਆ ਸੀ, ਜਿਸ ਕਰਕੇ ਸਰੀਰ ਸੜਦਾ ਸੜਨ ਦਿਓ ਪਰ ਮੇਰਾ ਪ੍ਰੇਮ ਨਾ ਟੁੱਟੇ ਗੁਰੂ ਦੇ ਪ੍ਰਤੀ, ਇਹ ਮਨ 'ਚ ਭਾਵਨਾ ਰੱਖੀ ਹੋਈ ਸੀ। ਉਹੀ ਸਤੀ ਦਾਸ ਜੀ ਨਾਲ ਹੋਇਆ। ਬਾਬਾ ਸਤੀ ਦਾਸ ਜੀ ਰੂਮ ਵਿੱਚ ਲਪੇਟ ਕੇ ਸਾੜਨ ਲੱਗੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਵੇਂ ਮੇਰੇ ਭਰਾਤਾ ਭਾਈ ਦਿਆਲਾ ਜੀ ਮਤੀ ਦਾਸ ਜੀ ਨੂੰ ਸਾੜ ਦਿੱਤਾ, ਮਤੀ ਦਾਸ ਜੀ ਨੂੰ 2 ਟੁਕੜੇ ਕਰ ਦਿੱਤੇ ਗਏ, ਉਹਨਾਂ ਨਾਲ ਪਾਤਸ਼ਾਹ ਆਪ ਵਰਤੇ, ਮੇਰੇ ਨਾਲ ਹੀ ਵਰਤੋ। ਤੇ ਸਤਿਗੁਰੂ ਕਹਿੰਦੇ ਬਸ ਪ੍ਰੇਮ ਨਾ ਛੱਡੀ, ਧਿਆਨ ਨਾ ਛੱਡੀ ਆਪਣਾ। ਸਰੀਰ ਸੜ ਜਾਵੇਗਾ ਪਰ ਤੇਰਾ ਜ਼ਮੀਰ ਨਹੀਂ ਸੜੇਗਾ। ਤੇ ਮਤੀ ਦਾਸ ਜੀ ਨੂੰ ਜਿਉਂਦਿਆਂ ਨੂੰ ਰੂਮ ਵਿੱਚ ਲਪੇਟ ਕੇ ਸਾੜ ਸਤੀ ਦਾਸ ਜੀ ਵਾਹਿਗੁਰੂ
ਮਤੀ ਦਾਸ ਦੇ ਭਰਾਤਾ ਸੀ। ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇੜ ਕੇ ਸਾੜ ਦਿੱਤਾ ਗਿਆ, ਸ਼ਹੀਦ ਕੀਤਾ ਗਿਆ, ਪਰ ਉਫ ਤੱਕ ਨਹੀਂ ਕੀਤੀ ਉਸ ਗੁਰੂ ਕੇ ਲਾਲ ਨੇ। ਕਾਰਨ ਕੀ ਸੀ? ਇਹ ਗੁਰੂ ਦੇ ਪ੍ਰਤੀ ਪ੍ਰੇਮ ਸੀ। ਇਹ ਪ੍ਰੇਮ ਦੀਆਂ ਖੇਡਾਂ ਕਿਸੇ ਬਿਰਲੇ ਨੂੰ ਨਸੀਬ ਹੁੰਦੀਆਂ ਨੇ। ਜਿਹਦੇ ਅੰਦਰ ਪ੍ਰੇਮ ਜਾਗ ਜਾਂਦਾ ਨਾ, ਫਿਰ ਨਹੀਂ ਪਰਵਾਹ ਕਰਦੇ ਹੋ। ਪਤੰਗੇ ਜੈਸਾ ਉਹਦਾ ਜੀਵਨ ਹੋ ਜਾਂਦਾ ਪਤੰਗੇ ਦੇ। ਜੇ ਪਤੰਗਾ ਨਹੀਂ ਗੁਰੂ ਸਰ ਦੀਵੇ ਦੇ ਆਲੇ ਲਾਟਾਂ ਦੇ ਲਾਟ ਅੱਗੇ ਚੱਕਰ ਕੱਟਦਾ ਹੈ, ਬੜੀ ਤੇਜ਼ੀ ਨਾਲ ਪਕਰਮਾ ਕਰਦਾ, ਘੁੰਮਦਾ, ਫਿਰ ਇੱਕ ਇਹੋ ਜਿਹਾ ਸਮਾਂ ਆਉਂਦਾ ਕਿ ਉਹ ਦੀਵੇ ਦੀ ਲਾਟ ਵਿੱਚ ਸੜ ਕੇ ਭਸਮ ਹੋਏ ਸਵਾਹ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਤੇ ਪ੍ਰੇਮ ਦੀ ਹੀ ਸਾਰੀ ਖੇਡ ਹੈ। ਤੇ ਸਤਿਗੁਰੂ ਇੱਥੇ ਬਚਨ ਕਰਦੇ ਨੇ ਕਿ ਪ੍ਰੇਮ ਭਗਤ ਹੋਵਤ ਨਿਸਤਾਰਾ। ਇਹ ਭਾਈ ਜੇ ਤੂੰ ਪ੍ਰੇਮਾ ਭਗਤੀ ਕਰੇਗਾ ਨਾ, ਪ੍ਰੇਮਾ ਭਗਤੀ ਕਰਨ ਦੇ ਨਾਲ ਇਹ ਜੀਵ ਤੇਰਾ ਨਿਸਤਾਰਾ ਪਾਰ ਉਤਾਰਾ ਹੋਵੇਗਾ। ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਸਾਧ ਰੂਪ, ਸਾਧ ਕੌਣ ਹੈ? ਸਾਡੇ ਗੁਰੂ ਸਾਹਿਬਾਨ ਜੀ। ਕਿਉਂਕਿ ਆਪਾਂ ਪੜ੍ਹਦੇ ਨਾ ਸਤਿਗੁਰੂ ਦੇ ਬਚਨ ਕਿ ਨਿਰਗੁਣ ਆਪ ਸਰਗੁਣ ਪੀਓ ਹੀ, ਨਿਰਗੁਣ ਤੇ ਸਰਗੁਣ ਕਰ ਦੀਆ। ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਪਾਤਸ਼ਾਹ ਦੇ ਬਾਤ ਬਚਨ ਨੇ ਕਿ ਨਿਰੰਕਾਰ ਨੇ ਆਕਾਰ ਧਾਰਨ ਕੀਤਾ, ਸਰਗੁਣ ਸਰੂਪ ਧਾਰਨ ਕੀਤਾ, ਆਪਣੀ ਜੋਤ ਜਗਤ ਮੰਡਲ ਵਿੱਚ ਜਗਾ ਦਿੱਤੀ। ਫਿਰ ਇਸ ਕਰਕੇ ਗੁਰੂ ਹੀ ਸਾਧੂ ਹੈ। ਪਰਮੇਸ਼ਰ ਨੇ ਸਾਧ ਰੂਪ ਆਪਣਾ ਤਨ ਧਾਰਿਆ, ਆਪਣਾ ਤਨ ਸਾਧੂ ਬਣ ਕੇ, ਗੁਰੂ ਬਣ ਕੇ ਸੰਸਾਰ ਵਿੱਚ ਧਾਰਨ ਕਰਕੇ ਆਏ ਨੇ, ਪ੍ਰਗਟ ਹੋਏ ਨੇ। ਤੇ ਕੀਤਾ ਕੀ ਫਿਰ ਆ ਕੇ ਸੰਸਾਰ ਵਿੱਚ ਆ ਕੇ ਕੀਤਾ ਕੀ? ਆਪਾਂ ਸਾਰੇ ਜਾਣਦੇ ਹਾਂ ਕਿ ਮਹਾ ਅਗਨ ਤੇ ਆਪ ਉਬਾਰਿਆ। ਸੰਸਾਰ ਜਲ ਰਿਹਾ ਸੀ, ਸੰਸਾਰ ਸੜ ਰਿਹਾ ਸੀ, ਤੇ ਮਾਲਕ ਤੋਂ ਰਿਹਾ ਨਹੀਂ ਗਿਆ। ਤੇ ਮਾਲਕ ਨੇ ਫਿਰ ਗੁਰੂ ਸਵਾਰਿਓ ਉਸ ਪ੍ਰਭੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਉਹਦਾ ਰੂਪ ਹੀ ਹੈ, ਨਿਰੰਕਾਰ ਦਾ ਰੂਪ ਨੇ, ਸਰਗੁਣ ਸਰੂਪ, ਪਰ ਨਿਰੰਕਾਰ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਕਿਵੇਂ ਕਹਿੰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੁ ਉਬਾਰ। ਫਿਰ ਬੇਨਤੀ ਕਰਦੇ ਨੇ ਉਸ ਮਾਲਕ ਦੇ ਚਰਨਾਂ 'ਚ ਕਿ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾ। ਇਹ ਸਾਡਾ ਗੁਰੂ ਸਾਨੂੰ ਦੱਸ ਰਿਹਾ, ਗੁਰੂ ਦੱਸ ਰਿਹਾ ਕਿ ਇਸ ਤਰ੍ਹਾਂ ਬੇਨਤੀ ਕਰਨੀ ਹੈ। ਉਸ ਪ੍ਰਭੂ ਦੇ ਚਰਨਾਂ 'ਚ ਗੁਰੂ ਸਾਹਿਬਾਨ ਨੇ ਖੁਦ ਬੇਨਤੀ ਕੀਤੀ ਹੈ ਗੁਰੂ ਸਵਾਰੇ ਕਿ ਖੁਦ ਬੇਨਤੀ ਕੀਤੀ ਕਿ ਜੋ ਅਸੀਂ ਗੁਰੂ ਦੇ ਚਰਨਾਂ 'ਚ ਬੇਨਤੀ ਕਰਾਂਗੇ ਨਾ ਤੇ ਗੁਰੂ ਬਾਂਹ ਪਕੜੇਗਾ ਤੇ ਬਾਕੀ ਪਕੜਦਾ ਹੈ। ਇਸ ਤਰ੍ਹਾਂ ਉਸ ਮਾਲਕ ਨੇ ਫਿਰ ਗੁਰੂ ਦਾ ਰੂਪ ਧਾਰਨ ਕੀਤਾ ਤੇ ਮਹਾ ਅਗਨ ਤੇ ਆਪ ਉਬਾਰਿਆ। ਜੀਵ ਨੂੰ ਕਹਿੰਦੇ ਫਿਰ ਮਹਾ ਅਗਨ ਵਿੱਚ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਅੱਗ ਹੈ, ਉਹਦੇ ਵਿੱਚ ਜੀਵ ਕਹਿੰਦੇ ਸੜ ਰਿਹਾ ਸੀ, ਬਲ ਰਿਹਾ ਸੀ, ਤੇ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਆਪ ਉਬਾਰਿਆ, ਇਸ ਜੀਵ ਨੂੰ ਬਚਾ ਲਿਆ ਹੈ। ਜਪ ਤਪ ਸੰਜਮ ਇਸ ਦੇ ਕਿਛ ਨਾਹੀ, ਆਦਿ ਅੰਤ ਪ੍ਰਭ ਅਗਮ ਅਗਾਹੀ। ਹੁਣ ਗੁਰੂ ਸਵਾਰੇ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਲੋਕ ਅਨੇਕਾਂ ਪ੍ਰਕਾਰ ਦੇ ਸਾਧਨ ਅਪਣਾਉਂਦੇ ਨੇ। ਜਪ ਕਰ ਲਿਆ, ਤਪ ਕਰਨਾ ਕੀਤਾ, ਤਪ ਸਾਧਨਾ ਕੀਤੀ ਹੈ, ਸੰਜਮ ਇਤਿਆਦਿਕ ਰੱਖੇ ਨੇ, ਭਾਵ ਮਨ ਦਾ ਹੱਠ ਕਰਨਾ ਕੀਤਾ। ਇਸ ਮਨ ਦੇ ਹੱਠ ਕਰਕੇ ਉਸ ਰੱਬ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ। ਸਤਿਗੁਰੂ ਇਸ ਤੇ ਕਿਛ ਨਾਹੀ, ਇਹ ਕਰਨ ਦੇ ਨਾਲ ਭਾਈ ਕੁਝ ਪ੍ਰਾਪਤ ਨਹੀਂ ਹੋਣਾ। ਜੇ ਤੁਹਾਡੇ ਅੰਦਰ ਤੁਹਾਡਾ ਮਨ ਨਹੀਂ ਮਰਿਆ ਤੇ ਐਨੇ ਜਪ ਤਾਂ ਸੰਜਮ ਕਰ ਲੈ, ਕੋਈ ਫਾਇਦਾ ਨਹੀਂ ਹੋਣਾ ਹੈ। ਗੱਲ ਤਾਂ ਮਨ ਨੂੰ ਕੰਟਰੋਲ ਵਿੱਚ ਕਰਨ ਦੀ ਹੈ।
मन का हठ किया तो मन के हठ करके तो मन च हंकार आ गया। हुण जोगी लोग कहते सतगुरु की की विचार सी, यही विचार सी ना। जोगियां ने लंबियां लंबियां समाधियां लाइया, अपने सुहासा नूं 10वें द्वार में चढ़ा लिया, मठां में जाके बैठ गए। तो सतगुरु ने मठां में जाके बैठिया नूं बाहों पकड़ के बाहर कढ़िया कि बाहर आओ, इत्थे की करदे हो। इस तरह तुहानूं ये शरीर नहीं बख्शिया, बंदगी करनी है परमात्मा करो, पर यह थोड़ा कि अपना घर बार छड्ड के तुसीं बाहर आके बैठ जाओ, ये भी ठीक नहीं है। घर विच बैठो, गृहस्थी जीवन के पांधी बनो, तो इस तरह गृहस्थी जीवन बतीत करो, तो नाल 10 नूहां की किरत करो। जिंदगी का असली मकसद 10 नूहां की किरत करनी है, तो किरत करके ही फिर नाल उस मालक की इबादत भी करनी है। तो जोगियां नूं सतगुरु ने इस तरह गुरु बाहों पकड़ के गुरु से जगाना किया, तो जागे भी ने कि जिन्हां उत्ते गुरु की बख्शिश हुई है। पर कई हंकार दे नाल सतगुरु मत्था लाउंदे रहे, पर हर समय ना जोगी पुरुषां नूं मूँह दी खानी पई। इहदे राही मन दे हठ करके मन विच हंकार ही आउंदा गुरु सवारे। मन हठ किन न पायो, सब थके कर्म कमाए, कोई नहीं प्राप्त कर सकता। मन नूं तां हठिया बनाना, जे मन नूं बनाना ना हठिया, तो उदों हठ करो जदों अमृत वेले का समा हुंदा ना, तो मन 2 विधियां विच आ जाता। एक पासे मन कहंदा उठिए, उठ के नाम जपीए, इशनान करिए, नितनेम करिए, तो दूजा मन कहता नहीं सो जा, हले कोई गल नहीं, नितनेम करना, थोड़ा घंटा लेट कर लवी। उत्थे 2 विधियां वाला मन हो गया। तो बहुत आधार विच 99% साडी हालत ऐसी है, असी जिहड़ा दूजे प्रकार का मन है ना, जिहड़ा कहंदा कि कोई गल नहीं, 1 घंटा 2 घंटे हले होर सो लईए, नितनेम करना बाद विच करना, असी उस मन नूं कबूल करते हैं। वो मन नूं आपां कबूल कर लैंदे। जिहड़ा कहंदा नहीं उठ के बैठ नाम जप, उस मन का आपां त्याग दिंदे हैं, उहदा साथ नहीं दिंदे। तो जिहड़े फिर उदों फिर जिहड़े हठ कर लैंदे ने, वो हठ प्रवान आ सतगुर के दर ते। वो जो हठ प्रवान कर लैंदे ना, फिर गुरु सवारे वो नहीं परवाह करते। उठ के फिर इशनान करते, ना अपनी क्रिया सोधते, फिर वो नाम बाणी के अभ्यास विच लग जाते हैं। उन्हां दी अवस्था इहो जी हुंदी है, पाला कक्कर बर्फ बरसै, भी गुर देखण जाई, समुंद सागर होवै वो खारा, गुरसिख लंघ गुरु पह जाई। जिन्ना मर्जी खारा होवे, जिन्ना मर्जी डूंगा होवे, गुरु दा सिख नूं लंघ के पार करके गुरु दे दीदार करन लई जांदा है। इहो जिहा हठ तां गुरु दे दर ते प्रवान है। पर जे हठ करके मन तेरा मन हंकार आउंदा रहा, तू अफर हंकार विच अफर गया, कहंदे फिर तेरे जप तप संजम कमाए हुए सारे व्यर्थ ने। उन्हां दे बाद पातशाह कहंदे ने, भाई जप तप संजम इस्ते किशनाई दे राही जप कर ले, तप कर ले, संजम रख ले, इहदे राही तैनूं कुछ नहीं प्राप्त होना। ये चेते रख कि आद अंत प्रभ अगम अगाही। प्रभु जदों संसार नहीं बनिया सी, मुंड कदीमा तो जो संसार नहीं अरब न धुंधूकारा सी, जदों उदों भी सी, संसार बन गया उदों भी है, हुण भी है, तो अगे भी होवेगा। वो अगम अपहुंच है, अगाथा डूंगा है, उदा कोई हद बन्ना नहीं है, वो मालक बेअंत है। नाम देह मांगै दास तेरा, हर जीवन पद नानक प्रभ मेरा। सतगुरु कहते इहो जे मालक प्रभु के चरणों च तां दोनों हाथ जोड़ के बेनती करनी बन आउंदी है। तो बेनती किवें करनी है? हे कि इस तरह आखो कि हे प्रभु जी, मैं नानक दास तेरा हाँ, तेरा सेवक हाँ, मेरे उत्ते बख्शिश कर। अपना सेवक जान के ना अपने दास नूं
ਨਾਮ ਦੇਣਾ ਕਰ। ਨਾਮ ਦੀ ਦਾਤ ਬਖਸ਼ ਤਾਂ ਕਿ ਤੇਰਾ ਨਾਮ ਜਪ ਕੇ ਮੇਰਾ ਭਲਾ ਹੋ ਸਕੇ। ਤੇ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਜੀਵਨ ਪਦਵੀ ਦਾ ਇਹੀ ਕਹਿੰਦੇ ਅਸਲੀ ਮਨੋਰਥ ਹੈ। ਨਾਨਕ ਦੀ ਜ਼ਿੰਦਗੀ ਦਾ ਇਹੀ ਮਨੋਰਥ ਹੈ ਕਿ ਪ੍ਰਭੂ ਦਾ ਨਾਮ ਜਪਣਾ, ਪ੍ਰਭੂ ਦੀ ਇਬਾਦਤ ਕਰਨੀ, ਇਹਦੇ ਨਾਲ ਹੀ ਮੇਰਾ ਜੀਵਨ ਦਾ ਆਧਾਰ ਹੋਣਾ ਹੈ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਸ ਤਰ੍ਹਾਂ ਗੁਰੂ ਸਵਾਰੇ ਉਹ ਮਾਲਕ ਦੇ ਨਾਮ ਦੇ ਆਪਣਾ ਆਧਾਰ ਆਸਰਾ ਬਣਾਉਂਦੇ ਹਨ। ਆਪਾਂ ਵੀ ਗੁਰੂ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਬਖਸ਼ਿਸ਼ ਕਰੋ, ਮਿਹਰ ਕਰੋ, ਸਾਨੂੰ ਵੀ ਆਪਣੇ ਦਰੋਂ ਨਾਮ ਦੀਆਂ ਦਾਤਾਂ ਬਖਸ਼ੋ, ਅੰਮ੍ਰਿਤ ਵੇਲਾ ਬਖਸ਼ੋ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਇਹ ਸਾਡੇ ਅੰਦਰ ਗੁਣ ਪੈਦਾ ਕਰੋ ਤਾਂ ਕਿ ਅਹਿਸਾਸ ਗਰਾਸ ਦੁਆਰਾ ਅਸੀਂ ਆਪ ਜੀ ਨੂੰ ਯਾਦ ਕਰਦੇ ਰਹੀਏ। ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਦੋ